ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦ, ਅਮਰਦਾਸ ਗੁਰ ਹਿਰਦੈ ਧਿਆਓ ਜੀ ਹਿਰਦੈ। ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ। ਹਾਰੇ ਗੋਬਿੰਦ ਸ਼ੁਭ ਮਤ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾ ਤੇਗ ਬਹਾਦਰ ਪਰਮ ਕਿਰਪਾ ਪਰਮ ਕਿਰਪਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਹ ਤਾਰੋਂ ਤਾਰਾ ਪਰ ਪੁਨ ਪੁਨ ਸਾਜੀ ਪੁਨ ਪੁਨ। ਬੰਦੋਂ ਬਾਰ ਬਾਰ ਜਗਦੀ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬਸੇ ਪਾਵਟੇ ਨਗਰ ਮਜਾਰਾ, ਜੈ ਸ੍ਰੀ ਜਮਨਾ ਸੁੰਦਰ ਤਾਰਾ। ਛਿਲਾ ਵਿਸਾਲ ਤੀਰ ਥਿਰ ਜਹਾ, ਕਰ ਮੱਜਨ ਕੋ ਬੈਠੇ ਤਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਸਫਲੀਆਂ ਕਰ ਰਹੇ ਹੋ। ਮਸਤਕ ਲੱਗੈ ਸਾਧ ਰੇਣ ਬੜ ਭਾਗ, ਜਿਨ੍ਹਾਂ ਦੇ ਭਾਗ ਬਹੁਤ ਵੱਡੇ ਉੱਤਮ ਹੁੰਦੇ ਹਨ, ਉਹਨਾਂ ਦੇ ਮੱਥੇ ਤੇ ਗੁਰੂ ਕੇ ਚਰਨਾਂ ਦੀ ਧੂੜੀ ਲੱਗਦੀ ਹੈ। ਆਪ ਜੀ ਨੇ ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਸੁਭਾਏਮਾਨ ਹੋ ਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਸਤਿਗੁਰਾਂ ਦੇ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜ ਜਾਓ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਪੰਜਾਬ ਕੌਰ ਨੇ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਮਸੰਦਾਂ ਨੇ ਬਹੁਤ ਹੀ ਬੁਰਛਾਗਰਦੀ ਉਠਾਈ ਹੋਈ ਹੈ ਔਰ ਕਿਸੇ ਤਰ੍ਹਾਂ ਕਿਸੇ ਦੀ ਗੱਲ ਨਹੀਂ ਮੰਨਦੇ, ਬਾਬਾ ਰਾਮ ਰਾਏ ਜੀ ਨੂੰ ਵੀ ਇਹਨਾਂ ਨੇ ਜਿਉਂਦਿਆਂ ਸਾੜ ਦਿੱਤਾ ਹੈ, ਤਾਂ ਸਤਿਗੁਰੂ ਕਲਗੀਧਰ ਜੀ ਪੌਂਟਾ ਸਾਹਿਬ ਤੋਂ ਤੁਰ ਕੇ ਦੇਹਰਾਦੂਨ ਪਹੁੰਚੇ। ਬਾਬੇ ਰਾਮ ਰਾਏ ਦੀ ਅੰਤਮ ਅਰਦਾਸ ਤੋਂ ਬਾਅਦ ਕੁਝ ਦਿਨ ਉੱਥੇ ਹੀ ਬਿਰਾਜ ਕੇ ਮਸੰਦਾਂ ਦੀ ਸੁਧਾਈ ਕੀਤੀ ਹੈ। ਮਸੰਦਾਂ ਨੂੰ ਡੰਡ ਦੇ ਕੇ ਸੋਧਾ ਲਾ ਕੇ ਫਿਰ ਸਤਿਗੁਰੂ ਜੀ ਵਾਪਸ ਪੌਂਟਾ ਸਾਹਿਬ ਆਏ ਨੇ। ਇਹ ਕਥਾ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਦੂਸਰੀ ਰੁੱਤ ਦੇ ਵਿੱਚ ਵਰਣਨ ਕਰ ਰਹੇ ਨੇ। ਮਨ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਕੇ ਇਸ ਕਥਾ ਦਾ ਆਨੰਦ ਮਾਣੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਇਸ ਤਰ੍ਹਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੁਸ਼ਟ ਮਸੰਦਨ ਮਾਰੇ, ਦੁਸ਼ਟ ਮਸੰਦਾਂ ਨੂੰ ਸੋਧਾ ਲਾ ਕੇ ਨਿਜ ਸਿੱਖਣ ਕੋ ਸੁਖ ਦਿਓ, ਆਪਣੇ ਸਿੱਖਾਂ ਨੂੰ ਸੁਖ ਦਿੱਤਾ ਹੈ। ਕਿਉਂਕਿ ਸੰਗਤਾਂ ਨੂੰ ਇਹ ਮਸੰਦ ਬਹੁਤ ਪਰੇਸ਼ਾਨ ਕਰ ਰਹੇ ਸਨ।
ਮਹਾਰਾਜ ਨੇ ਸਿੱਖਾਂ ਦੇ ਭਲੇ ਲਈ ਇਹਨਾਂ ਮਸੰਦਾਂ ਨੂੰ ਸੋਧਾ ਲਾਇਆ ਹੈ। ਜਗਤ ਪੰਥ ਸੁਧਾਰ। ਜੋ ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ ਬੜਾ ਵੱਡਾ ਵਿਗਾੜ ਇਹ ਪਾ ਰਹੇ ਸਨ, ਇਹਨਾਂ ਦਾ ਸੋਧਾ ਲਾ ਕੇ ਗੁਰੂ ਸਾਹਿਬ ਨੇ ਪੰਥ ਨੂੰ ਸੁਧਾਰਿਆ ਹੈ। ਚੌਪਈ ਬਸੇ ਪਾਵਟੇ ਨਗਰ ਮਜਾਰਾ। ਪੌਂਟੇ ਨਗਰ ਵਿੱਚ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪ ਬਿਰਾਜੇ ਹਨ। ਪੌਂਟਾ ਸਾਹਿਬ ਵਿੱਚ ਨਿਵਾਸ ਰੱਖਦੇ ਹਨ। ਜੈ ਸ੍ਰੀ ਸੁਮਨਾ ਸੁੰਦਰ ਤਾਰਾ। ਜਿੱਥੇ ਜਮਨਾ ਦੀ ਨੀਲੀ ਨੀਲੀ ਸੋਹਣੀ ਸੋਹਣੀ ਧਾਰਾ ਵਗਦੀ ਹੈ। ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ। ਇਹ ਜਮਨਾ ਜਿਹੜੀ ਸੂਰਜ ਦੀ ਪੁੱਤਰੀ ਔਰ ਜਮ ਦੀ ਭੈਣ ਮੰਨੀ ਜਾਂਦੀ ਹੈ, ਇਹਦਾ ਨੀਲਾ ਪਾਣੀ ਮਨ ਨੂੰ ਮੋਹਣ ਵਾਲਾ ਹੈ ਤੇ ਪੌਂਟਾ ਸਾਹਿਬ ਸਤਿਗੁਰੂ ਜੀ ਨੇ ਜਮਨਾ ਦੇ ਕੰਢੇ ਤੇ ਵਸਾਇਆ ਹੈ। ਛਿਲਾ ਵਿਸਾਲ ਤੀਰ ਥਿਰ ਜਹਾ। ਔਰ ਸਾਧ ਸੰਗਤ ਜੀ, ਜਮਨਾ ਦੇ ਕੰਢੇ ਤੇ ਹੀ ਇੱਕ ਬੜੀ ਪੁਰਾਤਨ ਸਿਲਾ ਹੋਇਆ ਕਰਦੀ ਸੀ, ਵੱਡਾ ਪੱਥਰ ਸੀ ਜਿਹਦੇ ਤੇ ਸਤਿਗੁਰੂ ਜੀ ਬੈਠਿਆ ਕਰਦੇ ਸਨ। ਧਰਮਜਨ ਕੋ ਬੈਠੇ ਤਹਾ। ਮਹਾਰਾਜ ਅੰਮ੍ਰਿਤ ਵੇਲੇ ਉੱਥੇ ਇਸ਼ਨਾਨ ਕਰਕੇ ਸਿਲਾ ਉੱਤੇ ਚੌਂਕੜਾ ਲਾ ਕੇ ਬੈਠ ਜਾਂਦੇ ਸਨ। ਸ੍ਰੀ ਮੁਖ ਤੇ ਕਵਿਤਾ ਸ਼ੁਭ ਰਚੈ। ਉਸ ਵੇਲੇ ਆਪਣੇ ਮੁਖ ਤੋਂ ਬੜੀ ਸੁੰਦਰ ਕਾਵਿ ਰਚਨਾ ਕਰਦੇ ਸਨ। ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਜੋ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹ ਜ਼ਿਆਦਾਤਰ ਸਤਿਗੁਰੂ ਜੀ ਨੇ ਪੌਂਟੇ ਸਾਹਿਬ ਹੀ ਉਚਾਰਨ ਕੀਤੀ ਹੈ। ਖਾਸ ਕਰਕੇ ਕ੍ਰਿਸ਼ਨ ਅਵਤਾਰ ਦਾ ਜੋ ਸਾਧ ਸੰਗਤ ਜੀ ਪ੍ਰਸੰਗ ਹੈ, ਇਹ ਬਹੁਤ ਵੱਡੀ ਕਥਾ ਹੈ। ਲਗਭਗ 24-2500 ਸਵਈਏ ਕਵਿਤ ਬੜੇ ਕਮਾਲ ਦੇ ਗੁਰੂ ਸਾਹਿਬ ਨੇ ਰਚੇ ਹਨ। ਇਹ ਸਾਰੀ ਰਚਨਾ ਪੌਂਟੇ ਸਾਹਿਬ ਜਮਨਾ ਦੇ ਕੰਢੇ ਤੇ ਬਹਿ ਕੇ ਕਰਿਆ ਕਰਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਵੀ ਲਿਖਿਆ ਹੈ, 17 ਸਹਿ ਪੈਤਾਲ ਮੈਂ ਸਾਵਣ ਸੁਧ ਥਿਤ ਦੀਪ। ਨਗਰ ਪਾਵਟਾ ਸ਼ੁਭ ਕਰਨ ਜਮਨਾ ਬਹਿ ਸਮੀਪ। ਇਸ ਵੇਲੇ ਗੁਰੂ ਸਾਹਿਬ ਦੀ ਉਮਰ ਲਗਭਗ 21-22 ਸਾਲ ਦੀ ਸੀ ਜਦੋਂ ਪੌਂਟੇ ਸਾਹਿਬ ਵਿੱਚ ਮਹਾਰਾਜ ਨੇ ਇਹ ਗ੍ਰੰਥ ਰਾਮ ਕ੍ਰਿਸ਼ਨ ਅਵਤਾਰ ਦੀ ਰਚਨਾ ਕੀਤੀ ਹੈ। ਔਰ ਇਹਦੇ ਵਿੱਚ ਮਹਾਰਾਜ ਨੇ ਇਹਦਾ ਲਿਖਣ ਦਾ ਪਰਪਸ ਵੀ ਦੱਸਿਆ ਹੈ। ਆਪ ਕਹਿੰਦੇ ਹੈ ਕਿ ਦਸਮ ਕਥਾ ਭਗਵਤ ਕੀ ਭਾਖਾ ਕਰੀ ਬਨਾਏ। ਮੈਂ ਦਸਮ ਸਕੰਦ ਦੀ ਕਥਾ, ਭਾਗਵਤ ਪੁਰਾਣ ਦੇ 10ਵੇਂ ਸਕੰਦ ਦੀ ਕਥਾ, ਜੋ ਪਹਿਲਾਂ ਵੇਦ ਵਿਆਸ ਜੀ ਨੇ ਆਪਣੇ ਗ੍ਰੰਥ ਸ੍ਰੀ ਮਦ ਭਾਗਵਤ ਪੁਰਾਣ ਦੇ 10ਵੇਂ ਸਕੰਦ ਵਿੱਚ ਬੜੇ ਸੁੰਦਰ ਢੰਗ ਦੇ ਨਾਲ ਇਹ ਲਿਖੀ ਸੀ। 90 ਅਧਿਆਏ ਲਿਖੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਸਕ੍ਰਿਤ ਵਿੱਚੋਂ ਇਹਦਾ ਭਾਸ਼ਾ ਵਿੱਚ ਅਨੁਵਾਦ ਕੀਤਾ ਹੈ। ਭਾਖਾ ਕਰੀ ਬਨਾਏ। ਭਾਖਾ ਦਾ ਮਤਲਬ ਹੁੰਦਾ ਆਮ ਬੋਲੀ ਵਿੱਚ ਟਰਾਂਸਲੇਟ ਕਰ ਦੇਣਾ। ਸੰਸਕ੍ਰਿਤ ਵਿੱਚੋਂ ਆਮ ਬੋਲੀ 'ਚ ਸਤਿਗੁਰੂ ਜੀ ਨੇ ਸਾਡੇ ਸਮਝਣ ਵਾਸਤੇ ਇਹ ਬਾਣੀ ਰਚੀ ਹੈ। ਛੰਦ ਸਵਈਏ ਸ਼ੁਭ ਪਦ ਖਚੈ। ਬੜੇ ਬੜੇ ਸੋਹਣੇ ਸਵਈਏ, ਛੰਦ, ਦੋਹਰੇ, ਕਵਿਤ, ਕਮਾਲ ਦੇ ਛੰਦ ਹਨ। ਇੱਕ ਤੋਂ ਇੱਕ ਚੜ੍ਹਦੇ ਛੰਦ ਹਨ ਜਿਹੜੇ ਸਤਿਗੁਰੂ ਜੀ ਆਪ ਆਪਣੀ ਰਸਨਾ ਤੋਂ ਲਿਖਦੇ ਹਨ, ਉਚਾਰਨ ਕਰਦੇ ਹਨ। ਜਾਮ ਦਿਵਸ ਲੋ ਤਹਾ ਸੁਹਾਵੈ। ਔਰ ਸਵੇਰ ਅੰਮ੍ਰਿਤ ਵੇਲੇ ਦੇ ਬੈਠੇ ਹੋਏ ਲਗਭਗ 10 ਵਜੇ ਤੱਕ ਗੁਰੂ ਸਾਹਿਬ ਇੱਕ ਪਹਿਰ 3 ਘੰਟੇ ਉਸੇ ਸਿਲਾ ਤੇ ਬਿਰਾਜਮਾਨ ਰਹਿੰਦੇ ਹਨ। 3 ਘੰਟੇ ਬਾਣੀ ਰਚਦੇ ਰਹਿੰਦੇ ਹਨ। ਕੋ ਕਾਰਜ ਕਿਤ ਨਿਕਟ ਨਾ ਆਵੈ। ਕੋਈ ਜਿੰਨਾ ਮਰਜ਼ੀ ਕੋਈ ਜ਼ਰੂਰੀ ਕੰਮ ਹੋਵੇ, ਕੋਈ ਵੀ ਸੇਵਾਦਾਰ, ਕੋਈ ਵੀ ਸਿੱਖ, ਕੋਈ ਵੀ ਫੌਜੀ ਸਿਪਾਹੀ ਗੁਰੂ ਦੀ ਫੌਜ ਦਾ ਉਸ ਵੇਲੇ ਮਹਾਰਾਜ ਦੇ ਨੇੜੇ ਨਹੀਂ ਆ ਸਕਦਾ, ਕਿਉਂਕਿ ਮਹਾਰਾਜ ਬਾਣੀ ਰਚ ਰਹੇ ਹਨ। ਕੋਈ ਕਿਸੇ ਤਰ੍ਹਾਂ ਦਾ ਵੀ ਉੱਥੇ ਰੌਲਾ ਰੱਪਾ ਨਾ ਹੋਵੇ, ਸਤਿਗੁਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਿਸਟਰਬ ਨਾ ਕਰੇ, ਇਹ ਹੁਕਮ ਹੈ। ਸੋ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਜਮਨਾ ਦੇ ਕੰਢੇ ਤੇ ਇਕੱਲੇ ਹੀ ਆਸਣ ਲਾ ਕੇ ਬਾਣੀ ਰਚਦੇ ਰਹਿੰਦੇ ਹਨ। ਲਿਖਦੇ ਹਿਤ ਇੱਕ ਥਿਰੇ ਲਿਖਾਰੀ। ਬਸ ਲਿਖਣ ਵਾਸਤੇ ਇੱਕ ਲਿਖਾਰੀ ਰਹਿੰਦਾ ਹੈ, ਜੋ ਮਹਾਰਾਜ ਬੋਲੀ ਜਾਂਦੇ, ਬਾਣੀ ਉਚਾਰਨ ਕਰੀ ਜਾਂਦੇ ਹੈ, ਉਹ ਲਿਖਾਰੀ ਨਾਲ ਦੀ ਨਾਲ ਲਿਖੀ ਜਾਂਦਾ ਹੈ। ਸੁੰਦਰ ਰਚਨਾ ਸ੍ਰੀ ਕ੍ਰਿਸ਼ਨ ਅਵਤਾਰ ਦੀ ਮਹਾਰਾਜ ਕਲਗੀਧਰ ਪਾਤਸ਼ਾਹ ਜਮਨਾ ਦੇ ਕੰਢੇ ਤੇ ਬੈਠ ਕੇ ਕਰ ਰਹੇ ਹਨ।
ਹੋਏ ਇਕਾਂਕੀ ਕਰਹਿ ਵਿਚਾਰੀ। ਔਰ ਇਕਾਂਤ ਦੇ ਵਿੱਚ ਸੱਚੇ ਪਾਤਸ਼ਾਹ ਜੀ ਬਿਲਕੁਲ ਸ਼ਾਂਤ ਚਿੱਤ ਹੋ ਕੇ ਬਾਣੀ ਰਚਦੇ ਹਨ। ਕਹਿੰਦੇ ਆ ਇੱਥੇ ਜਮਨਾ ਰੌਲਾ ਪਾਇਆ ਕਰਦੀ ਸੀ, ਸ਼ਾਂ 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 ਕਰਕੇ ਜਮਨਾ ਚਲਦੀ ਸੀ। ਉਹਦਾ ਖੜਕਾ ਸੁਣ ਕੇ ਪਾਤਸ਼ਾਹ ਕਹਿੰਦੇ ਜਮਨਾ ਸ਼ਾਂਤ ਹੋ ਜਾ। ਤੇ ਉਦੋਂ ਦੀ ਸਾਧ ਸੰਗਤ ਜੀ ਹੁਣ ਤੱਕ ਤੁਸੀਂ 1 ਕਿਲੋਮੀਟਰ ਜਮਨਾ ਦਾ ਉੱਪਰਲਾ ਪਾਸਾ ਜਾ ਕੇ ਵੇਖ ਲਓ, ਬੜਾ ਰੌਲਾ ਹੈ। 1 ਕਿਲੋਮੀਟਰ ਥੱਲੇ ਆ ਜਾਓ, ਉੱਥੇ ਵੀ ਬੜਾ ਰੌਲਾ ਹੈ। ਪਰ ਜਿੱਥੇ ਪਾਤਸ਼ਾਹ ਬਾਣੀ ਰਚਦੇ ਸੀ ਉੱਥੇ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਕੋਈ ਪਾਣੀ ਜਾਂ ਜਮਨਾ ਦਾ ਦਰਿਆ ਵਗ ਰਿਹਾ ਹੈ। ਇੰਨੀ ਸ਼ਾਂਤੀ ਹੈ। ਸਤਿਗੁਰੂ ਆਪਣੀ ਕਲਾ ਦੇ ਨਾਲ, ਆਪਣੀ ਸ਼ਕਤੀ ਦੇ ਨਾਲ ਦਰਿਆਵਾਂ ਨੂੰ ਵੀ ਠੱਲ ਪਾ ਸਕਦੇ ਹਨ, ਕਿਉਂਕਿ ਬਾਣੀ 'ਚ ਬਚਨ ਆਉਂਦਾ, ਭੈ ਵਿੱਚ ਚੱਲਹਿ ਲੱਖ ਦਰਿਆਓ। ਆ ਜਿੰਨੇ ਲੱਖਾਂ ਦਰਿਆ ਵਗਦੇ ਨੇ ਇਹ ਸਭ ਪਰਮੇਸ਼ਰ ਦੇ ਭੈ ਵਿੱਚ ਹੀ ਚੱਲਦੇ ਨੇ, ਉਹਨਾਂ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਹਾਂਜੀ। ਪੁੰਨ ਉਠੇ ਮਹਾਰਾਜ ਗੁਰਪੂਰੇ। ਫਿਰ ਮਹਾਰਾਜ ਕਲਗੀਧਰ ਪਾਤਸ਼ਾਹ ਜੀ 10 ਕੁ ਵਜੇ 10:30 ਵਜੇ ਕਾਵਿ ਰਚਨਾ ਦੀ ਸਮਾਪਤੀ ਕਰਦੇ ਹਨ ਤੇ ਉੱਠਦੇ ਹਨ। ਅਚਹਿ ਅਸਨ ਨਾਨਾ ਬਿਦਰੂਰੇ। ਔਰ ਨਾਨਾ ਪ੍ਰਕਾਰ ਦੇ ਸੁੰਦਰ ਭੋਜਨ ਸੱਚੇ ਪਾਤਸ਼ਾਹ ਜੀ ਛਕਦੇ ਹਨ। ਵਰਤਹਿ ਦੇਗ ਅਤੋਟ ਭੰਡਾਰਾ। ਔਰ ਗੁਰੂ ਕਾ ਲੰਗਰ ਬੜਾ ਅਤੁੱਟ ਵਰਤਦਾ ਹੈ। ਗੁਰੂ ਪਾਤਸ਼ਾਹ ਦਾ ਭੰਡਾਰਾ ਅਖੁੱਟ ਵਰਤਦਾ ਹੈ, ਤੋਟ ਨ ਆਵੈ ਵਧਦੋ ਜਾਈ। ਗੁਰੂ ਨਾਨਕ ਦੇਵ ਜੀ ਨੇ ਐਸਾ ਲੰਗਰ ਚਲਾਇਆ ਹੈ, ਇਹਦੇ 'ਚ ਤੋਟ ਆ ਹੀ ਨਹੀਂ ਸਕਦੀ। ਹਾਂਜੀ। ਖਾਏ ਆਹਾਰਨ ਸਿੱਖ ਹਜ਼ਾਰਾ। ਹਜ਼ਾਰਾਂ ਸਿੱਖ ਗੁਰੂ ਕੇ ਪਿਆਰੇ, ਗੁਰੂ ਕੀਆਂ ਸੰਗਤਾਂ, ਹਿੰਦੂ ਮੁਸਲਮਾਨ, ਗਰੀਬ ਅਮੀਰ, ਵੱਡਾ ਛੋਟਾ, ਜੋ ਕੋਈ ਇਨਸਾਨ ਆ ਜਾਂਦਾ ਹੈ ਉਹ ਗੁਰੂ ਪਾਤਸ਼ਾਹ ਦੇ ਲੰਗਰ 'ਚ ਪ੍ਰਸ਼ਾਦਾ ਬੇਟੋਕ ਬੇਰੋਕ, ਨਾ ਕਿਸੇ ਨੂੰ ਰੋਕਿਆ ਜਾਂਦਾ ਹੈ ਤੇ ਨਾ ਹੀ ਕਿਸੇ ਨੂੰ ਟੋਕਿਆ ਜਾਂਦਾ ਹੈ। ਪਰਮੇਸ਼ਰ ਦਾ ਰੂਪ ਸਮਝ ਕੇ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਆਵਹਿ ਜਾਏ ਨਿਕਾ ਪ੍ਰਤਨੇ। ਨਵੇਂ ਤੋਂ ਨਵੇਂ ਸਿੱਖ ਰੋਜ਼ ਆਉਂਦੇ ਹਨ। ਕੋਈ ਸਾਧ ਸੰਗਤ ਜੀ ਲਾਹੌਰ ਤੋਂ ਆਉਂਦਾ ਹੈ, ਕੋਈ ਪਿਸ਼ੌਰ ਤੋਂ ਆਉਂਦਾ ਹੈ, ਕੋਈ ਕਸ਼ਮੀਰ ਤੋਂ ਆਉਂਦਾ ਹੈ, ਕੋਈ ਮੁਲਤਾਨ ਤੋਂ ਆਉਂਦਾ ਹੈ। ਵੱਖਰੇ ਵੱਖਰੇ ਦੇਸ਼ਾਂ ਤੋਂ, ਸ਼ਹਿਰਾਂ ਤੋਂ, ਇਲਾਕਿਆਂ ਤੋਂ, ਉੱਤਰ ਦੱਖਣ ਪੂਰਬ ਪੱਛਮ ਤੋਂ ਸੰਗਤਾਂ ਸ੍ਰੀ ਪੌਂਟਾ ਸਾਹਿਬ ਚੱਲ ਚੱਲ ਆਉਂਦੀਆਂ ਹਨ। ਦਰਸਹਿ ਚਰਨ ਕਮਲ ਸੁਖਮੈ। ਸੁਖਮਈ ਸੁਖ ਸਰੂਪ ਸਤਿਗੁਰਾਂ ਦੇ ਚਰਨ ਕਮਲ ਹਨ। ਮਾਈ ਚਰਨ ਗੁਰ ਮੀਠੇ। ਉਹ ਪਵਿੱਤਰ ਪਾਵਨ ਚਰਨਾਂ ਨੂੰ ਗੁਰੂ ਕੀਆਂ ਸੰਗਤਾਂ ਆ ਕੇ ਪਰਸਦੀਆਂ ਹਨ, ਗੁਰੂ ਸਾਹਿਬਾਂ ਦੇ ਚਰਨਾਂ ਦੇ ਦਰਸ਼ਨ ਕਰਦੀਆਂ ਹਨ। ਪੁੰਨ ਕਲਗੀਧਰ ਕੇਤਕ ਸਮੈ। ਫਿਰ ਕਲਗੀਧਰ ਪਾਤਸ਼ਾਹ ਕੁਝ ਸਮਾਂ ਸਿਰੇ ਭਰਿਅੰਕ ਆਏ ਨਰ ਨਿਮੈ। ਆਪਣੇ ਪਲੰਘੇ ਤੇ ਆ ਕੇ ਬਿਰਾਜ ਜਾਂਦੇ ਹਨ ਤੇ ਸੰਗਤਾਂ ਦਰਸ਼ਨ ਕਰਦੀਆਂ, ਮੱਥੇ ਟੇਕਦੀਆਂ ਹਨ। ਨੰਦ ਚੰਦ ਸੰਗੋ ਤੇ ਆਦ। ਦੀਵਾਨ ਨੰਦ ਚੰਦ ਜੀ, ਭਰਾਤਾ ਸੰਗੋ ਸ਼ਾਹ ਜੀ, ਜੀਤਮਲ ਜੀ ਬੰਦਤ ਬੈਠੇ ਤਰ ਅਹਲਾਦ। ਮਹਾਰਾਜ ਨੂੰ ਨਮਸਕਾਰ ਕਰਕੇ ਦੀਵਾਨ ਵਿੱਚ ਕੁਝ ਸਮਾਂ ਕੋਲ ਬੈਠਦੇ ਹਨ। ਰਾਜ ਸਾਜ ਕੀ ਬਾਤ ਅਨੇਕ। ਸਤਿਗੁਰੂ ਜੀ ਰਾਜਨੀਤੀ ਦੀਆਂ ਗੱਲਾਂ ਵੀ ਕਰਦੇ ਹਨ। ਰਾਜ ਸਾਜ ਕੀ ਬਾਤ ਅਨੇਕ, ਕਿਉਂਕਿ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਕੱਲਾ ਧਰਮੀ ਨਹੀਂ ਬਣਾਇਆ। ਧਰਮੀ ਦਾ ਮਤਲਬ ਇਹ ਨਹੀਂ ਵੀ ਉਹ ਮਾਲਾ ਹੀ ਫੇਰੇ, ਉਹਨੂੰ ਰਾਜ ਕਰਨਾ ਵੀ ਸਿਖਾਇਆ। ਆਪਣੀ ਬਾਣੀ 'ਚ ਬਚਨ ਲਿਖਦੇ ਆ ਸੱਚੇ ਪਾਤਸ਼ਾਹ ਜੀ। ਕਲਗੀਧਰ ਪਾਤਸ਼ਾਹ ਜੀ ਦੇ ਜੋ ਰਹਿਤਨਾਮੇ ਭਾਈ ਨੰਦ ਲਾਲ ਜੀ ਵਰਗੇ ਮਹਾਂਪੁਰਸ਼ਾਂ ਨੂੰ ਸੁਣਾਏ ਨੇ, ਉਹਦੇ 'ਚ ਕਹਿੰਦੇ ਸੁਣੋ ਨੰਦ ਲਾਲ ਜੈ ਸਾਜ, ਪ੍ਰਗਟ ਕਰੂੰਗਾ ਆਪਣਾ ਰਾਜ। 4 ਵਰਨ ਇੱਕ ਵਰਨ ਕਰਾਊਂ, ਵਾਹਿਗੁਰੂ ਸਿੰਘ ਕੋ ਨਾਮ ਜਪਾਊਂ। ਚੜੇ ਸਿੰਘ ਤਿਸ ਮੁਕਤ ਕਰਾਊਂ, ਝੂਲਣ ਨੇਜੇ ਹਸਤੀ ਸਾਜੇ। द्वार द्वार पर नौबत बाजे, 1.25 लाख जग तुखै पलीता। तबे खालसा उदय अस्तलो जीता। राज करेगा खालसा, आकी रहे न कोय। ख्वार होए सब मिलेंगे, बचे शरण जो होए। सो ये गुरु साहब जी सच्चे पातशाह अपने सिखां विच राज करन दी स्पिरिट भी भर रहे हैं।
ਕਰਹਿ ਬੂਝ ਕਰ ਜਲਦ ਵਿਵੇਕ। ਮਹਾਰਾਜ ਦੇ ਕੋਲ ਬੈਠੇ ਹੋਏ ਦੀਵਾਨ ਆਨੰਦ ਚੰਦ ਜੀ, ਪੰਡਿਤ ਦਇਆ ਰਾਮ ਜੀ, ਭਾਈ ਸੰਗੋ ਸ਼ਾਹ ਜੀ, ਮਾਮਾ ਕਿਰਪਾਲ ਚੰਦ ਜੀ, ਸਾਰੇ ਗੁਰਮੁਖ ਪਿਆਰੇ ਸਿਆਣੇ ਸਾਰੇ ਪੱਖਾਂ ਦੇ ਵਿਚਾਰ ਕਰਦੇ ਹਨ। ਧਾਰਮਿਕ ਚਰਚਾ ਵੀ ਹੁੰਦੀ ਹੈ, ਅਧਿਆਤਮਿਕ ਚਰਚਾ ਵੀ ਹੁੰਦੀ ਹੈ, ਤੇ ਰਾਜਨੀਤੀ ਦਾ ਵੀ ਆਲਾ ਦੁਆਲਾ ਜੋ ਸਮਾਜ ਦੇ ਵਿੱਚ ਚੱਲ ਰਿਹਾ, ਕਿਉਂਕਿ ਧਰਮ ਬਿਨਾਂ ਨੇ ਰਾਜ ਬਿਨਾਂ ਨੇ ਧਰਮ ਚਲੇ ਹੈ। ਜਿਹਦੇ ਕੋਲ ਰਾਜ ਹੁੰਦਾ ਹੈ ਉਹ ਆਪਣਾ ਸਿੱਕਾ ਚਲਾ ਲੈਂਦਾ ਹੈ, ਆਪਣੀ ਮਨਾ ਲੈਂਦਾ ਹੈ। ਤੋ ਜਿਸ ਕਾ ਰਾਜ ਤਿਸੀ ਕਾ ਸੁਪਨਾ, ਮਹਾਰਾਜ ਬਾਣੀ 'ਚ ਵੀ ਬਚਨ ਕਹੇ ਨੇ, ਜਿਹਦਾ ਰਾਜ ਹੁੰਦਾ ਲੋਕਾਂ ਨੂੰ ਉਹਦੇ ਹੀ ਸੁਪਨੇ ਆਉਂਦੇ ਆ, ਉਹਦੇ ਹੀ ਖਿਆਲ ਆਉਂਦੇ ਆ, ਤੇ ਉਹਦੇ ਹੀ ਸੁਪਨੇ ਪੂਰੇ ਹੁੰਦੇ ਆ। ਸੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਿਸੂਸ ਕਰ ਰਹੇ ਸਨ ਵੀ ਭਾਰਤ ਉੱਤੇ ਜ਼ਾਲਮਾਂ ਦਾ ਰਾਜ ਹੈ, ਜਿਹੜੇ ਇਸ ਵੇਲੇ ਮਾਰਨ ਗਊ ਗਰੀਬ ਨੂੰ, ਧਰਤੀ ਉੱਪਰ ਪਾਪ ਬਿਥਾਰਾ, ਠਾਕਰ ਦੁਆਰੇ ਢਾਹੇ ਕੇ ਤੇ ਠੌੜੀ ਮਸੀਤ ਉਸਾਰਾ। ਜਿਨ੍ਹਾਂ ਨੇ ਮੰਦਰ ਢਾਹ ਕੇ ਉੱਥੇ ਗਊਆਂ ਮਾਰੀਆਂ ਨੇ, ਜਿਨ੍ਹਾਂ ਨੇ ਮਸੀਤਾਂ ਖੜੀਆਂ ਕਰਤੀਆਂ ਨੇ ਮੰਦਰਾਂ ਦੀ ਥਾਵਾਂ ਤੇ, ਜਿਹੜੇ ਗਊ ਗਰੀਬ ਨੂੰ ਸ਼ਰੇਆਮ ਮਾਰਦੇ ਨੇ ਤੇ ਲੋਕਾਂ ਦਾ ਧਰਮ ਖਤਮ ਕਰਦੇ ਨੇ। ਸਵਾ ਮਣ ਜਨੇਊ ਰੋਜ਼ ਤੋੜਿਆ ਜਾਂਦਾ ਸੀ ਤੇ ਫਿਰ ਪਾਪੀ ਔਰੰਗਜ਼ੇਬ ਰੋਟੀ ਖਾਂਦਾ ਸੀ। ਸੋ ਇਹੋ ਜਿਹੇ ਜਿਹੜੇ ਜ਼ਾਲਮ ਲੋਕ ਹਨ, ਜਰਵਾਣੇ ਲੋਕ ਹਨ, ਅਪਰ ਪ੍ਰਸੰਗ ਕਹਿ ਮਨ ਪਾਏ। ਉਹਨਾਂ ਦੇ ਨਾਲ ਕਿਵੇਂ ਨਜਿੱਠਣਾ ਹੈ, ਇਹ ਵੀ ਪੱਖਾਂ ਅਤੇ ਵਿਚਾਰ ਹੁੰਦੀ ਹੈ। ਹੋਰ ਵੀ ਕਈ ਵਿਸ਼ਿਆਂ ਤੇ ਗੁਰੂ ਸਾਹਿਬ ਮਹਾਰਾਜ ਸਰਬ ਕਲਾ ਸਮਰੱਥ ਹਨ, ਹਰ ਕਲਾ ਦੇ, ਹਰ ਵਿਦਿਆ ਦੇ ਮਾਹਰ ਹਨ। ਇਸ ਕਰਕੇ ਹਰ ਪੱਖ ਤੇ ਵਿਚਾਰ ਕਰਦੇ ਹਨ। ਹਾਸ ਵਿਲਾਸ ਅਨੰਦ ਕੋ ਪਾਏ। ਕਦੀ ਕਦੀ ਹਾਸ ਰਸ ਵੀ ਛੇੜ ਲੈਂਦੇ। 9 ਰਸ ਨੇ ਨਾ ਮਹਾਰਾਜ ਦੇ ਬਾਣੀ 'ਚ ਵੀ 9 ਰਸ ਆਉਂਦੇ ਨੇ। ਪਰ ਭਾਈ ਕਾਹਨ ਸਿੰਘ ਜੀ ਨਾਭਾ ਨੇ 9 ਰਸਾਂ ਉੱਤੇ ਲਿਖਿਆ ਬਹੁਤ ਸੋਹਣਾ। ਸੋ ਉਹਦੇ ਵਿੱਚ ਵੀਰ ਰਸ, ਸ਼ਾਂਤ ਰਸ, ਕਰੁਣਾ ਰਸ, ਰੁਦਰ ਰਸ, ਤੇ ਇਸੇ ਤਰ੍ਹਾਂ ਹੀ ਸਾਧ ਸੰਗਤ ਦੀ ਅਦਭੁਤ ਰਸ, ਤੇ ਇਸੇ ਤਰ੍ਹਾਂ ਹੀ ਹੁੰਦਾ ਹੈ ਹਾਸ ਰਸ। ਕਦੀ ਕਦੀ ਹਾਸ ਰਸ ਦੇ ਬਚਨ ਵੀ ਸੰਗੋ ਸ਼ਾਹ, ਜੀਤ ਮਲ, ਮਾਮਾ ਕਿਰਪਾਲ ਚੰਦ ਕੋਲ ਬਹਿ ਕੇ ਕਲਗੀਧਰ ਜੀ ਕਰਦੇ ਹਨ। ਪੁੰਨ ਸਤਿਗੁਰ ਕਛ ਕਰਹਿ ਆਰਾਮ। ਫਿਰ ਕੁਝ ਸਮਾਂ ਦੁਪਹਿਰ ਨੂੰ ਮਹਾਰਾਜ ਆਰਾਮ ਕਰਦੇ ਹਨ। 2 ਘੜੀਆਂ ਮੰਜੇ ਤੇ ਬਿਰਾਜਮਾਨ ਹੋ ਕੇ ਦੁਪਹਿਰਾ ਆਰਾਮ ਕਰਦੇ ਹਨ, ਖਾਸ ਕਰਕੇ ਗਰਮੀ ਦੇ ਦਿਨਾਂ ਵਿੱਚ। ਕੋਟੇ ਬਾਡੇ ਪ੍ਰਿਯੰਕ ਅਬਿਰਾਮ। ਬੜੇ ਵੱਡੇ ਸੋਹਣੇ ਸੁੰਦਰ ਪਲੰਗ ਤੇ ਬਿਰਾਜਮਾਨ ਹੁੰਦੇ ਹਨ। ਕਲਗੀਧਰ ਪਾਤਸ਼ਾਹ ਜੀ 2 ਘੜੀਆਂ, ਲਗਭਗ 1.5 ਘੰਟਾ, 2 ਘੰਟੇ, ਕਦੀ ਘੰਟਾ, ਏਦਾਂ ਦੁਪਹਿਰ ਨੂੰ ਆਰਾਮ ਜ਼ਰੂਰ ਕਰਦੇ ਹਨ। ਜਾਮ ਤੀਸਰੇ ਉਠੈ ਗੁਸਾਈ। ਔਰ ਤੀਸਰੇ ਪੈਰ ਯਾਨੀ ਕਿ 3 ਵਜੇ ਸਤਿਗੁਰੂ ਜੀ ਫਿਰ ਉੱਠ ਪੈਂਦੇ ਹਨ। ਸੁੱਖਾ ਹੋਏ ਤਿਆਰ ਸਮਦਾਈ। ਇਹਨੇ ਨੂੰ ਦੇਗਾਂ ਤਿਆਰ ਹੋ ਜਾਂਦੀਆਂ ਸਾਰੀ ਫੌਜ ਵਾਸਤੇ। ਸਹਿਤ ਹਕੀਮ ਛਕਹੇ ਤਿਸ ਨਾਲੇ। ਔਰ ਛਤਰ ਧਾਰੇ ਸਹਿਤ ਸ਼ਰਦਾਈਆਂ ਛਕ ਕੇ ਜੜਹੇ ਤੁਰੰਗਮ ਬਾਹਰ ਚਾਲੇ। ਔਰ ਫਿਰ ਸਤਿਗੁਰੂ ਜੀ ਬਾਹਰ ਘੋੜੇ ਤੇ ਸਵਾਰ ਹੋ ਕੇ ਸ਼ਹਿਰ ਸ਼ਿਕਾਰ ਨੂੰ ਜਾਂਦੇ ਹਨ। ਜਿਤਕ ਦੂਰ ਪਛਮ ਦਿਸ਼ ਤਹਾ। ਔਰ ਸਾਧ ਸੰਗਤ ਜੀ ਪੌਂਟੇ ਸਾਹਿਬ ਤੋਂ ਪੱਛਮ ਵਾਲੀ ਬਾਹੀ ਤੇ ਕੁਝ ਦੂਰੀ ਤੇ ਲਗਵਾਇਓ ਉਪਬਨ ਕਰ ਮਹਾ। ਇੱਕ ਬੜਾ ਸੋਹਣਾ ਬਾਗ ਲਵਾਇਆ ਸੀ, ਬੜਾ ਸੁੰਦਰ ਬਾਗ ਲਵਾਇਆ ਸੀ। ਉਹਦੇ ਵਿੱਚ ਕਦੀ ਕਦੀ ਸਤਿਗੁਰੂ ਚਲੇ ਜਾਂਦੇ ਹਨ। ਆਰੂ ਧਾਰਮ ਬ੍ਰਿੰਦ ਰਸਾਲ। ਉਥੇ ਬੜੇ ਆੜੂਆਂ ਦੇ, ਅਨਾਰਾਂ ਦੇ, ਅੰਬਾਂ ਦੇ ਬੂਟੇ ਲਵਾਏ। ਬਾਗ ਬਹੁਤ ਹੀ ਸੁੰਦਰ ਲਵਾਇਆ। ਅਸੀਂ ਤਾਂ ਸ੍ਰੀ ਪੌਂਟਾ ਸਾਹਿਬ ਜਾਂਦੇ ਆ ਸਾਧ ਸੰਗਤ ਜੀ, ਮੇਨ ਦਰਬਾਰ 'ਚ ਹੀ ਮੱਥਾ ਟੇਕ ਕੇ ਆ ਜਾਂਦੇ ਆ। ਪਰ ਕਦੀ 10 ਕੁ ਦਿਨ ਉੱਥੇ ਰਹੀਏ ਨਾ ਪੌਂਟਾ ਸਾਹਿਬ, ਤੇ ਫਿਰ 15-15, 20-20 ਮੀਲ ਆਲੇ ਦੁਆਲੇ ਜਾ ਕੇ ਦੇਖੀਏ। ਬੜੇ ਇਤਿਹਾਸਿਕ ਸਥਾਨ ਹਨ। ਕਿਤੇ ਗੁਰਦੁਆਰੇ ਬਣ ਚੁੱਕੇ ਹਨ, ਕਿਤੇ ਅਜੇ ਬਣਨ ਵਾਲੇ ਵੀ ਹਨ, ਪਰ ਇਤਿਹਾਸਿਕ ਯਾਦਗਾਰਾਂ ਹਨ ਵੀ ਇੱਥੇ ਗੁਰੂ ਸਾਹਿਬ ਦਾ ਬਾਗ ਸੀ, ਇੱਥੇ ਮਹਾਰਾਜ ਸ਼ਿਕਾਰ ਖੇਡਣ ਆਉਂਦੇ, ਇੱਥੇ ਮਹਾਰਾਜ ਨੇ ਸ਼ੇਰ ਮਾਰਿਆ, ਇੱਥੇ ਰਿੱਛ ਮਾਰਿਆ, ਇੱਥੇ ਰੋਜ਼ ਮਾਰਿਆ। ਜਿਵੇਂ ਬਾਣੀ 'ਚ ਬਚਨ ਆਉਂਦੇ ਨਾ, ਤੈਂ ਕੇ ਸਿੰਘ ਘਨੇ ਚੁਨ ਮਾਰੇ, ਰੋਜ਼ ਰੀਛ ਬਹੁ ਭਾਂਤ ਬਿਦਾਰੇ। ਉਹ ਸਾਰਾ ਜੋ ਨਜ਼ਾਰਾ ਹੈ ਸ੍ਰੀ ਪੌਂਟਾ ਸਾਹਿਬ ਆਲੇ ਦੁਆਲੇ ਰਹਿ ਕੇ ਵੇਖਿਆ ਜਾ ਸਕਦਾ ਹੈ। ਮਹਾਰਾਜ ਤੀਸਰੇ ਪੈਰ
ਬਾਗ ਵਿੱਚ ਸੈਰ ਕਰਨ ਚਲੇ ਜਾਂਦੇ ਹਨ। ਅਮਰੂਦ ਕਦਲੀ ਗੁਲ ਲਾਲ। ਜਿੱਥੇ ਅਮਰੂਦਾਂ ਦੇ, ਕੇਲਿਆਂ ਦੇ ਤੇ ਗੁਲਨਾਰ ਦੇ ਬੂਟੇ ਲੱਗੇ ਹੋਏ ਹਨ। ਰਾਏ ਵੇਲ ਚੰਬੇਲੀ ਘਣੀ। ਰਾਏ ਬੇਲ ਦੇ ਤੇ ਚਮੇਲੀ ਦੇ ਬੂਟੇ ਲੱਗੇ ਹਨ। ਭਾਵ ਫਲਾਂ ਵਾਲੇ ਵੀ ਹਨ ਤੇ ਫੁੱਲਾਂ ਵਾਲੇ ਵੀ ਹਨ। ਆਲ ਬਾਲ ਸੁੰਦਰ ਜਲ ਜਨੀ ਸਨੀ। ਆਲੇ ਦੁਆਲੇ ਬੜੀਆਂ ਸੁੰਦਰ ਕਿਆਰੀਆਂ ਬਣੀਆਂ ਹੋਈਆਂ ਨੇ ਉਹਨਾਂ ਬੂਟਿਆਂ ਦੇ। ਜਿਹੜੀ ਗੋਲ ਕਿਆਰੀ ਹੁੰਦੀ ਹੈ ਨਾ ਬੂਟੇ ਦੇ ਆਲੇ ਦੁਆਲੇ, ਉਹਨੂੰ ਆਲ ਬਾਲ ਕਹਿੰਦੇ ਆ। ਉਹਦੇ 'ਚ ਪਾਣੀ ਪਾਇਆ ਤੇ ਪਾਣੀ ਟਿਕਿਆ ਰਹਿੰਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਸੋਹਣੇ ਬਾਗ ਲਵਾਏ ਨੇ। ਮਾਲੀਆਂ ਨੇ ਬੂਟਿਆਂ ਨੂੰ ਬੜੇ ਚੰਗੇ ਤਰ੍ਹਾਂ ਪਾਲਿਆ ਹੈ। ਸੇਬ ਸੇਵਤੀ ਦਲ ਫਲ ਫੂਲ। ਸੇਬਾਂ ਦੇ, ਸੇਵਤੀਆਂ ਦੇ ਪੱਤੇ, ਫੁੱਲ, ਫਲ ਬੜੇ ਖਿੜੇ ਹੋਏ ਹਨ। ਕਲਤ ਮਾਲਤੀ ਕਰ ਦ੍ਰਿੜ ਮੂਲ। ਬੜੀ ਸੁੰਦਰ ਮਾਲਤੀ ਖਿੜੀ ਹੈ ਤੇ ਦਰਖਤਾਂ ਦੇ ਜਿਹੜੇ ਬੂਟੇ ਹਨ ਨਾ, ਜੜ੍ਹਾਂ ਉਹਨਾਂ ਦੀਆਂ ਬੜੀਆਂ ਮਜ਼ਬੂਤ ਹਨ। ਅਬਲੋ ਥਲ ਤਿਸ ਖਿਰੇ ਰਸਾਲ। ਕਵੀ ਭਾਈ ਸੰਤੋਖ ਸਿੰਘ ਜੀ ਕਿਉਂਕਿ ਕਲਗੀਧਰ ਪਾਤਸ਼ਾਹ ਜੀ ਤੋਂ ਲਗਭਗ 80 ਸਾਲ ਬਾਅਦ ਪੈਦਾ ਹੋਏ। ਸਤਿਗੁਰਾਂ ਨੇ ਸੱਚਖੰਡ ਗਮਨ ਕੀਤਾ 1708 ਦੇ ਵਿੱਚ। ਕਵੀ ਜੀ ਦਾ ਜਨਮ 1787 ਦਾ ਹੈ। ਤੋ ਆਪ ਜੀ ਆਪਣਾ ਅੱਖੀਂ ਵੇਖਿਆ ਹਾਲ ਲਿਖ ਰਹੇ ਨੇ ਪੌਂਟਾ ਸਾਹਿਬ ਦਾ, ਕਿਉਂਕਿ ਆਪ ਜੀ ਰਹੇ ਵੀ ਇਸ ਇਲਾਕੇ ਵਿੱਚ ਨੇ। ਬੂੜੀਆ ਪੌਂਟੇ ਤੋਂ ਲਗਭਗ 25 ਕਿਲੋਮੀਟਰ 30 ਕਿਲੋਮੀਟਰ ਉਰੇ ਹੈ, ਜਗਾਦਰੀ ਦੇ ਕੋਲ, ਜਿਹੜਾ ਭਾਈ ਸੰਤੋਖ ਸਿੰਘ ਦਾ ਨਿਵਾਸ ਅਸਥਾਨ ਰਿਹਾ ਹੈ। ਪਹਿਲਾਂ ਬਾਅਦ ਚ ਕੈਥਲ ਚਲੇ ਗਏ ਸੀ, ਪਰ ਪਹਿਲਾਂ ਬੂੜੀਏ ਵਿੱਚ ਰਹਿ ਕੇ ਭਾਈ ਸਾਹਿਬ ਨੇ ਨਾਨਕ ਪ੍ਰਕਾਸ਼ ਗ੍ਰੰਥ ਦੀ ਰਚਨਾ ਕੀਤੀ ਹੈ, ਜੋ ਗੁਰੂ ਨਾਨਕ ਦੇਵ ਜੀ ਦੀ ਕਥਾ ਹੈ। ਦੇ ਬਾਕੀ 9 ਗੁਰੂਆਂ ਦੀ ਕਥਾ ਭਾਈ ਸਾਹਿਬ ਨੇ ਕੈਥਲ ਜਾ ਕੇ ਲਿਖੀ ਹੈ। ਸੋ ਉਹ ਜਿਹੜਾ ਬੂੜੀਆ ਨਗਰ ਹੈ, ਉੱਥੋਂ ਪੌਂਟਾ ਸਾਹਿਬ ਨੇੜੇ ਹੋਣ ਕਰਕੇ ਭਾਈ ਸਾਹਿਬ ਸੈਂਕੜੇ ਵਾਰ ਪੌਂਟਾ ਸਾਹਿਬ ਦੀ ਯਾਤਰਾ ਕਰ ਚੁੱਕੇ ਹਨ। ਤੇ ਉਹ ਦੱਸ ਰਹੇ ਹਨ ਕਿ ਕਲਗੀਧਰ ਦੇ ਸਮੇਂ ਦੇ ਬੂਟੇ ਅੰਬਾਂ ਦੇ ਬੂਟੇ ਅਸੀਂ ਆਪ ਵੇਖੇ ਹਨ। ਕਹਿੰਦੇ ਹੁਣ ਤਾਂ ਹੀ ਖੜੇ ਹਨ। ਕਹੈ ਸਿੰਘ ਕਬ ਵਿਖੇ ਵਿਸਾਲ। ਕਵੀ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਆਪ ਅੱਖਾਂ ਨਾਲ ਉਹ ਅੰਬ ਵੇਖੇ ਨੇ, ਉਹ ਬੂਟੇ ਖੜੇ ਵੇਖੇ ਨੇ, ਜਿਹੜੇ ਕਦੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 1684, 85, 86, 87 ਇਹਨਾਂ ਸਾਲਾਂ ਵਿੱਚ ਲਵਾਏ ਸਨ। ਛਕ ਸੁਖਾ ਉਪਬਨ ਕੋ ਆਵਹਿ। ਮਹਾਰਾਜ ਦੇਗਾਂ ਛਕ ਕੇ ਬਾਗ ਵਿੱਚ ਆ ਜਾਂਦੇ ਹਨ। ਸੁਬਟ ਸੈਂਕੜੇ ਸੰਗ ਸਿਦਾਵਹਿ। ਔਰ ਨਾਲ ਸੈਂਕੜੇ ਯੋਧੇ ਸੂਰਮੇ ਆਉਂਦੇ ਹਨ। ਸੋਚ ਇਸ਼ਨਾਨ ਕਰਹਿ ਤਿਸ ਥਾਨ। ਔਰ ਸੋਚ ਇਸ਼ਨਾਨ ਖੁੱਲਾ ਉੱਥੇ ਜਲ ਹੁੰਦਾ, ਉੱਥੇ ਜੰਗਲ ਪਾਣੀ ਵੀ ਜਾ ਕੇ ਇਸ਼ਨਾਨ ਪਾਣ ਕਰਕੇ ਬਾਗ ਦੀ ਸੈਰ ਕਰਦੇ ਆ ਤੇ ਸਵਾਸ ਪਰਮੇਸ਼ਰ ਦਾ ਸਿਮਰਨ ਕਰਦੇ ਐ। ਬੈਠੇ ਸਤਿਗੁਰ ਲਾਏ ਦੀਵਾਨ। ਉੱਥੇ ਬਾਗ ਵਿੱਚ ਹੀ ਦੀਵਾਨ ਲਾ ਕੇ ਬੈਠ ਜਾਂਦੇ ਐ। ਸੈਂਕੜੇ ਸੂਰਮੇ ਸ਼ਸਤਰਧਾਰੀ ਗੁਰੂ ਦੇ ਯੋਧੇ, ਬਾਣੀ ਦੇ ਰਸੀਏ ਤਿਆਰ ਬਰ ਤਿਆਰ ਹੋ ਕੇ ਸਤਿਗੁਰਾਂ ਦੇ ਬਚਨ ਸੁਣਦੇ ਐ। ਗਨ ਰਾਜਨ ਕੋ ਆਏ ਵਕੀਲ। ਉਸ ਵੇਲੇ ਕਈ ਵਾਰੀ ਰਾਜਿਆਂ ਦੇ ਵਕੀਲ ਆ ਜਾਂਦੇ ਐ। 22 ਧਾਰ ਦੇ ਰਾਜਿਆਂ ਦੇ ਵਕੀਲ ਆ ਜਾਂਦੇ ਐ। ਦਿੱਲੀ ਸਰਕਾਰ ਦੇ ਸੂਬਿਆਂ ਦੇ ਵਕੀਲ ਆ ਜਾਂਦੇ ਐ। ਕਈ ਕਿਸਮ ਦੇ ਵੱਡੇ ਵੱਡੇ ਅਫਸਰ ਲੋਕ ਗੁਰੂ ਸਾਹਿਬ ਨੂੰ ਮਿਲਣ ਆਉਂਦੇ ਐ। ਦਰਸ਼ਨ ਕਰਹਿ ਸਰਾਹੇ ਸੁਸ਼ੀਲ। ਜਿਹੜਾ ਵੀ ਕੋਈ ਸਰਕਾਰੀ ਦਰਬਾਰੇ ਬੰਦਾ ਆਉਂਦਾ ਹੈ, ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹੈ, ਗੁਰੂ ਸਾਹਿਬ ਨੂੰ ਮਿਲਦਾ ਹੈ, ਉਹ ਫਿਰ ਗੁਰੂ ਸਾਹਿਬ ਦੀ ਤਾਰੀਫ ਕਰੇ ਬਿਨਾਂ ਨਹੀਂ ਰਹਿ ਸਕਦਾ। ਉਹ ਕਹਿੰਦਾ ਵੀ ਇਹੋ ਜਿਹਾ ਸੁਭਾਅ ਨਹੀਂ ਵੇਖਿਆ ਕਿਸੇ ਦਾ। ਜਿਹੜਾ ਵੀ ਬੰਦਾ ਇੱਕ ਵਾਰੀ ਦਰਸ਼ਨ ਕਰ ਲਵੇ ਕਲਗੀਧਰ ਪਾਤਸ਼ਾਹ ਦਾ ਹੀ ਹੋ ਜਾਂਦਾ ਹੈ। ਹੋਏ ਸ਼ਸਤਰਨ ਵਿਦਿਆ ਅਭਿਆਸ। ਸ਼ਸਤਰ ਵਿਦਿਆ ਦਾ ਬਹੁਤ ਅਭਿਆਸ ਮਹਾਰਾਜ ਕਰਦੇ ਹਨ। ਸ਼ਸਤਰਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ। ਕਿਸੇ ਕਵੀ ਨੇ ਐਵੇਂ ਤਾਂ ਨਹੀਂ ਲਿਖਿਆ, ਕਹਿੰਦੇ ਚੰਨ ਗੁਜਰੀ ਦਾ ਬੇਪਰਵਾਹ, ਤੇਗਾਂ ਤੀਰਾਂ ਨਾਲ ਖੇਡਦਾ। ਸ੍ਰੀ ਕਲਗੀਧਰ ਪਾਤਸ਼ਾਹ ਖੇਡੇ ਹੀ ਸ਼ਸਤਰਾਂ ਨਾਲ ਬਚਪਨ ਤੋਂ, ਕਿਉਂਕਿ ਬੱਚਾ ਜਦੋਂ ਜਨਮ ਲੈਂਦਾ ਉਹਦੀਆਂ ਰੁਚੀਆਂ ਦਾ ਪਤਾ ਲੱਗ ਜਾਂਦਾ। ਜੇ ਉਹਦੀ ਰੁਚੀ ਕਿਤਾਬਾਂ ਵੱਲ ਹੈ ਤਾਂ ਸਮਝੋ ਪੜ੍ਹਨ ਲਿਖਣ ਵਿੱਚ ਧਿਆਨ ਦੇਵੇਗਾ। ਜੇ ਉਹਦੀ ਰੁਚੀ ਖੇਡਾਂ ਵਿੱਚ ਹੈ ਤਾਂ ਸਮਝੋ ਖਿਡਾਰੀ ਬਣੇਗਾ। ਕਿਹੜੀ ਖੇਡ ਵਿੱਚ ਹੈ ਉਸ ਤੋਂ ਵੀ ਪਤਾ ਲੱਗ ਜਾਂਦਾ। ਪਰ ਜਿਹੜੀ ਗੁਰੂ ਕਲਗੀਧਰ ਦੀ ਖੇਡ ਹੈ ਉਹ ਸਾਰੇ ਜੱਗ ਤੋਂ ਨਿਆਰੀ ਹੈ। ਉਹ ਹੈ ਧਰਮ ਯੁੱਧ ਕੇ ਚਾਹੇ, ਹਰ ਵੇਲੇ ਤਿਆਰ ਬਰ ਤਿਆਰ ਰਹਿਣਾ।
ਸ਼ਸਤਰਾਂ ਨੂੰ ਆਪਣਾ ਗੁਰੂ ਪੀਰ ਮੰਨਣਾ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ तीर तुही सैथी तुही तबर तलवार नाम तिहारो जो जपै भय सिंध पवपार। महाराज शस्त्र विद्या का बहुत अभ्यास आप भी करते हैं ते अपनी फौज कोलों भी करवाते हैं। अनहे लाचे बहुत रहे हुलास। और जदों महाराज दे सूर में निशाने ते तीर मारते ने ते महाराज उन्हां दा हौसला अफजाई करते ने। बड़े उत्साह नाल सूर में गोलियां नाल तीरां नाल निशाने फुंडदे ने। तीर तुपक तोमर को मारन। तीरां दा निशाना लाना, बंदूक नाल निशाना लाना, बरछा दूरों वगा के मारना। गुरज दे कुछ शस्त्र हुंदे ने मुकत, कुछ मुकत, कुछ अमुकत, कुछ मुक्ता मुक्त। मुकत हुंदे ने जिहड़े सिर्फ छड्ड के ही चलाए जांदे ने, जिवें चक्कर है वो इदां दूरों ही चलाया जांदा, तीर दूरों ही चलाया जांदा, गोली दूरों चलाई जाती है। इस तरह साध संगत जी कुछ शस्त्र होंदे ने जिहड़े अमुकत होंदे ने, भाव वो छड्ड के नहीं चलाए जाते, कोलों ही, जिवें तलवार है जां कटार है, खंजर है, ये बिल्कुल हथ विच फड़ के ही चलाए जाते, छड्डे नहीं जाते। कुछ शस्त्र होंदे ने मुक्ता मुक्त, वो छड्डे भी जाते ने ते हथ विच फड़ के भी चलाए जाते, जिवें कि बरछा। बरछा नेड़ियों भी दुश्मन आ जाए तो उन्होंने मारिया जाता, दुश्मन दूर होवे ते वगा के उहदी छाती च मारिया जाता। तां गुरज जिहड़ी है हनुमान दे कोल तुसीं वेखदे हो, ये गुरज ऐसा शस्त्र है भी दुश्मन नेड़े होवे तां भी उहनूं मारिया जाता, जे दुश्मन बहुत दूर होवे ते घुमा के उहनूं जो निशाना जिहड़ा ना गुरज दा वो दुश्मन दे मत्थे दे विच सिर च मारीए ते उत्थे भी उहनूं खत्म कर सकदा। इस तरह सतगुरु जी शस्त्रां दी वक्री वक्री किस्मां जिहड़ियां हन वो अपने योद्धियां नूं उन्हां दी जाच सिखांदे हन। बार बार पटहून निहारन। बार बार अपने योद्धियां वल देखदे हन, योद्धियां दा ख्याल रखदे हन, उन्हां दी सेहत दा ख्याल रखदे ने, उन्हां दी खुराक दा ख्याल रखदे ने, उन्हां दियां वर्दियां, घोड़ियां दियां खुराकां, ये हर चीज का गुरु साहब ख्याल रखते ने। दुरंग पलावन कबहू पंदावन। कदी घोड़ियां नूं लंमी दौड़ छड्ड के दौड़ाना ते कदी उच्चियां छालां मरवाणियां, लंमियां छालां मरवाणियां। मानो घोड़े दे सामने कोई नदी आ गई, कोई नहर आ गई, कोई नाला आ गया, उन्होंने टप्पना पै जावे तां जिन्ना घोड़ा टप सकदा ना घट्टो घट्ट उन्हां दा घट्ट उहनूं जरूर ट्रेनिंग दित्ती जांदी है भी लंमी छाल मार के। ऐसे ऐसे घोड़े जिहड़े साध संगत जी 20-20, 30-30, 40-40 फुट की लंमी छाल मार जाते हैं सवार लैके। आ एक पिंड है इधर माझे दे विच साध संगत जी पखो के, उथे पखोपुर, उथे खूह है बड़ा पुराना, ते खूह दे मेरा ख्याल है भी वो खूह की जिहड़ी चौड़ाई है घट्टो घट्ट भी 30 फुट तो ज़्यादा ही है, 30-35 फुट तो। ते सिंह आया घोड़ा लैके, कहते घोड़ा वो कुदरती उस खूह वाल ही भज पिया। जदों उत्थे आया तो घोड़े नूं हुण संभालना जी, थल्ले खूह सीगा, ऐसा जवान दा हौसला सीगा भी घोड़े तो छाल माराई परले पासे जा पिया। ते उस पिंड दी लड़की ने फिर कहा भी मैं तां विआह ही इस सिंह नाल कराना। ये इतिहास है उस पिंड दा। बाबा बहादुर सिंह जी एक होए ने उत्थों दे, ਜਿਹੜੇ ਮੁਦਕੀ ਦੇ ਜੰਗ ਵਿੱਚ ਅੰਗਰੇਜ਼ਾਂ ਨਾਲ ਲੜਦੇ ਸ਼ਹੀਦ ਹੋਏ ਸੀ, ਉਹਨਾਂ ਦਾ ਉੱਥੇ ਸ਼ਹੀਦੀ ਸਥਾਨ ਵੀ ਗੁਰਦੁਆਰਾ ਪਿੰਡ 'ਚ ਬਣਿਆ ਹੋਇਆ। ਸੋ ਕਹਿਣ ਦਾ ਮਤਲਬ ਇਹ ਹੈ ਸਾਧ ਸੰਗਤ ਜੀ ਵੀ ਸਤਿਗੁਰੂ ਘੋੜਿਆਂ ਕੋਲੋਂ ਲੰਮੀਆਂ ਛਾਲਾਂ, ਉੱਚੀਆਂ ਛਾਲਾਂ ਅਤੇ ਘੋੜਿਆਂ ਨੂੰ ਦਰਿਆਵਾਂ 'ਚੋਂ ਕਿਵੇਂ ਠਿਲਣਾ ਹੈ, ਕਿਵੇਂ ਨਦੀਆਂ ਪਾਰ ਕਰਨੀਆਂ ਹਨ, ਇਹ ਸਾਰੀ ਟ੍ਰੇਨਿੰਗ ਆਪ ਸੂਰਮਿਆਂ ਨੂੰ ਦਿੰਦੇ ਹਨ। ਅਨਕ ਚਲਾਕੀ ਫੇਰ ਦਿਖਾਵਨ। ਘੋੜਿਆਂ ਦੀਆਂ ਵੱਖਰੀਆਂ ਵੱਖਰੀਆਂ ਚਾਲਾਂ ਹਨ। ਰੇਵੀਆ ਚਾਲ ਹੈ, ਛੋਟੀ ਰਵਾਲ ਹੈ, ਵੱਡੀ ਰਵਾਲ ਹੈ, ਦੁੜਕੀ ਹੈ, ਦੌੜ ਹੈ, ਇਹ ਸਾਰੀਆਂ ਚਲਾਕੀਆਂ ਘੋੜਿਆਂ ਨੂੰ ਸਿਖਾਉਂਦੇ ਹਨ। ਇਸ ਪ੍ਰਕਾਰ ਕੇ ਅਨਕ ਬਿਲਾਸਨ। ਇਸ ਤਰ੍ਹਾਂ ਦੇ ਅਨੇਕਾਂ ਕੌਤਕ ਮਹਾਰਾਜ ਸੱਚੇ ਪਾਤਸ਼ਾਹ ਰੋਜ਼ ਕਰਦੇ ਨੇ। ਬਾਣੀ ਰਚਦੇ ਨੇ, ਦੀਵਾਨ ਲਾਉਂਦੇ ਨੇ, ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਔਰ ਨਾਲ अठे पैर अकाल पुरख परमेश्वर के चरणों 'च अपनी सुरत रखते हैं। चुभी रही सुरत प्रभ चरणन में। उन्होंने हर गल विच परमात्मा नजर आता है। आखो सतनाम श्री वाहिगुरू। उन्होंने जो भी काम क्रिया करनी है
ਭਾਵੇਂ ਉਹ ਬਾਣੀ ਰਚ ਰਹੇ ਨੇ ਤਾਂ ਵੀ ਬ੍ਰਹਮ ਦੀ ਵਿਚਾਰ ਹੋ ਰਹੀ ਹੈ, ਜੇ ਦੀਵਾਨ 'ਚ ਬੈਠੇ ਨੇ ਤਾਂ ਵੀ ਬ੍ਰਹਮ ਦੀ ਵਿਚਾਰ ਹੋ ਰਹੀ ਹੈ, ਤੇ ਜੇ ਸ਼ਸਤਰ ਵਿਦਿਆ ਦਾ ਅਭਿਆਸ ਕਰ ਰਹੇ ਨੇ ਤੇ ਸ਼ਸਤਰਾਂ ਨੂੰ ਵੀ ਭਗਵਾਨ ਦਾ ਹੀ ਰੂਪ ਸਮਝ ਕੇ ਕਰ ਰਹੇ ਨੇ, ਧਰਮ ਯੁੱਧ ਨੂੰ ਵੀ ਪਰਮੇਸ਼ਰ ਦਾ ਹੀ ਰੂਪ ਸਮਝਿਆ ਹੋਇਆ ਹੈ। ਐਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਭਗਤੀ, ਐਸਾ ਉਹਨਾਂ ਦਾ ਗਿਆਨ, ਐਸਾ ਉਹਨਾਂ ਦਾ ਯੋਗ ਹੈ। ਹਾਂਜੀ, ਰਣ ਕਰਵੇ ਹਿਤ ਕਰਹਿ ਪ੍ਰਕਾਸ਼ਨ। ਇਹ ਸਾਰਾ ਕੁਝ ਖਾਲਸੇ ਨੂੰ ਧਰਮ ਯੁੱਧ ਲਈ ਤਿਆਰ ਕਰਨ ਲਈ ਕਰ ਰਹੇ ਨੇ। ਆਉਣ ਵਾਲੇ ਸਮੇਂ ਵਿੱਚ ਵੈਰੀਆਂ ਨਾਲ, ਦੁਸ਼ਟਾਂ ਨਾਲ, ਪਾਮਰਾਂ ਨਾਲ ਦੋ ਹੱਥ ਕਰਨੇ ਪੈਣੇ ਆ। ਦੇਸ਼ ਦੇ ਉੱਤੇ ਜਿਹੜੀਆਂ ਗੁਲਾਮੀ ਦੀਆਂ ਜੰਜੀਰਾਂ ਹਨ ਉਹ ਤੋੜਨੀਆਂ ਪੈਣੀਆਂ ਹਨ। ਇਸ ਕਰਕੇ ਸਤਿਗੁਰੂ ਜੀ ਸ਼ਸਤਰ ਵਿਦਿਆ ਦਾ ਬਹੁਤ ਅਭਿਆਸ ਕਰਦੇ ਅਤੇ ਕਰਵਾਉਂਦੇ ਹਨ। ਸਿੱਖਣ ਮਹਿ ਜਹ ਕਹੈ ਜਸ ਫੈਲਾ। ਜਿੱਥੇ ਕਿੱਥੇ ਗੁਰੂ ਕੇ ਸਿੱਖਾਂ ਵਿੱਚ ਗੁਰੂ ਸਾਹਿਬ ਦਾ ਜਸ ਫੈਲ ਗਿਆ ਹੈ ਅਤੇ ਮਸੰਦ ਅਦਿਕ ਸੁਖ ਦੈਲਾ। ਹੁਣ ਇਸ ਕਰਕੇ ਵੀ ਸੰਗਤਾਂ ਨੂੰ ਥੋੜਾ ਸਾਹ ਆਇਆ ਵੀ ਗੁਰੂ ਸਾਹਿਬ ਨੇ ਮਸੰਦਾਂ ਨੂੰ ਨੱਥ ਪਾਈ ਹੈ। ਜੇ ਮਸੰਦਾਂ ਨੂੰ ਨੱਥ ਨਾ ਪਾਉਂਦੇ ਤਾਂ ਮਸੰਦਾਂ ਨੇ ਗੁਰੂ ਪੰਥ ਦਾ ਬਹੁਤ ਨੁਕਸਾਨ ਕਰ ਦਿੱਤਾ ਸੀ ਤੇ ਹੋਰ ਵੀ ਕਰਨਾ ਸੀ। ਗੁਰੂ ਸਾਹਿਬ ਨੇ ਮਸੰਦਾਂ ਦੀ ਪ੍ਰਾਪਰਟੀ ਖਤਮ ਕੀਤੀ ਹੈ। ਜਿਹੜੀ ਰਾਮ ਰਾਏ ਦੇ ਡੇਰੇ ਵਿੱਚ ਮਸੰਦਾਂ ਨੂੰ ਸੋਧ ਕੀਤੀ ਹੈ, ਉਸ ਕਰਕੇ ਵੀ ਸੰਗਤ ਕਹਿੰਦੀ ਵੀ ਸਾਡੇ ਸਤਿਗੁਰੂ ਸੁਖ ਦੇਣਗੇ। ਸੰਧਿਆ ਪਏ ਆਏ ਪੁਨ ਡੇਰੇ। ਸੰਧਿਆ ਦੇ ਸਮੇਂ ਸਾਧ ਸੰਗਤ ਜੀ ਜਦੋਂ ਸ਼ਾਮਾਂ ਹੁੰਦੀਆਂ ਨੇ, ਸਤਿਗੁਰੂ ਵਾਪਸ ਪੌਂਟਾ ਸਾਹਿਬ ਆ ਜਾਂਦੇ ਨੇ। ਸੁਬਟੇ ਸ਼ਸਤਰ ਜੁਤ ਸੰਗ ਕਿਨੇਰੇ। ਬਹੁਤ ਸਾਰੀ ਫੌਜ ਹੁੰਦੀ ਹੈ ਸ਼ਸਤਰਧਾਰੀ ਯੋਧਿਆਂ ਦੀ, ਨੌਜਵਾਨ 6-6 ਫੁੱਟੇ ਗੱਭਰੂ, ਕੋਈ 15 ਸਾਲਾਂ ਦਾ, ਕੋਈ 18 ਸਾਲਾਂ ਦਾ, ਕੋਈ 22 ਦਾ, ਕੋਈ 25 ਦਾ। ਇੰਨੀ ਉਮਰ ਦੇ ਨੌਜਵਾਨ ਗੁਰੂ ਸਾਹਿਬ ਦੀ ਫੌਜ 'ਚ ਭਰਤੀ ਹੁੰਦੇ ਨੇ ਤੇ ਮਹਾਰਾਜ ਸਾਰਾ ਦਿਨ ਉਹਨਾਂ ਕੋਲੋਂ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ ਨੇ। ਸ਼ਬਦ ਕੀਰਤਨ ਕਰਹਿ ਰਬਾਬੀ। ਔਰ ਰਬਾਬੀ ਜਿਹੜੇ ਨੇ ਸਾਧ ਸੰਗਤ ਜੀ ਗੁਰੂ ਦੀ ਬਾਣੀ ਦਾ ਕੀਰਤਨ ਕਰਦੇ ਨੇ। ਰਾਗ ਵਿਦਿਆ ਦੇ ਧਨੀ ਬੜੇ ਗੰਧਰਵ ਭਾਈ ਸੱਧੂ ਤੇ ਭਾਈ ਮੱਧੂ ਇਹ ਆਸਾ ਦੀ ਵਾਰ ਦਾ ਕੀਰਤਨ ਕਰਿਆ ਕਰਦੇ ਸੀ 10ਵੇਂ ਪਾਤਸ਼ਾਹ ਦੇ ਸਮੇਂ। ਇਹ ਭਾਈ ਮਰਦਾਨੇ ਦਾ ਪਰਿਵਾਰ ਜੋ ਹੈ ਉਸ ਖਾਨਦਾਨ ਵਿੱਚੋਂ ਸਨ, ਭਾਈ ਸੱਧੂ ਤੇ ਭਾਈ ਮੱਧੂ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਰਬਾਬੀ ਸਨ ਉਹ ਵੀ ਕੀਰਤਨ ਦੇ ਦੁਆਰਾ ਗੁਰੂ ਸਾਹਿਬ ਦੀਆਂ ਸੰਗਤਾਂ ਨੂੰ ਨਿਹਾਲ ਕਰਦੇ ਹਨ। ਭਾਂਤ ਕੇ ਰਾਗ ਅਜਾਬੀ। ਭਾਂਤ ਦੇ ਰਾਗ ਰਾਗੀ ਲਾਉਂਦੇ। ਗੁਰੂ ਸਾਹਿਬ ਆਪ ਰਾਗ ਵਿਦਿਆ ਦੇ ਬਹੁਤ ਉੱਚੇ ਪੰਡਤ ਸਨ। 600 ਰਾਗ ਮਹਾਰਾਜ ਨੇ ਰਾਗਾਂ ਰਾਗਣੀਆਂ ਦਾ ਜ਼ਿਕਰ ਸਰਬਲੋਕ ਗ੍ਰੰਥ ਵਿੱਚ ਕੀਤਾ ਹੈ। ਬਹੁਤ ਰਾਗਾਂ ਦੇ ਗੁਲਦਸਤੇ ਪੇਸ਼ ਕੀਤੇ ਨੇ ਕਲਗੀਧਰ ਪਾਤਸ਼ਾਹ ਨੇ। ਸੋ ਆਪ ਵੀ ਰਾਗ ਵਿਦਿਆ ਦੇ ਧੁਰੰਤਰ ਵਿਦਵਾਨ ਹਨ ਤੇ ਚੰਗੇ ਰਾਗੀਆਂ ਨੂੰ ਆਪਣੀ ਸਭਾ ਵਿੱਚ ਰੱਖਦੇ ਹਨ। ਬਾਗ ਬੀਚ ਇੱਕ ਬਾਸਰ ਬੈਸੇ। ਇੱਕ ਦਿਨ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੌਂਡੇ ਸਾਹਿਬ ਆਪਣੇ ਬਾਗ ਵਿੱਚ ਬੈਠੇ ਹੋਏ ਸਨ। ਸੁਰ ਸਿੱਖਣ ਮਹਿ ਸੁਰਪਤ ਜੈਸੇ। ਬਾਗ ਵਿੱਚ ਇਉਂ ਬੈਠੇ ਸੋਭਾ ਪਾ ਰਹੇ ਸਨ ਜਿਵੇਂ ਦੇਵਤਿਆਂ ਵਿੱਚ ਇੰਦਰ ਬੈਠਾ ਹੋਵੇ। ਫਤਿਹ ਸ਼ਾਹੇ ਸ੍ਰੀ ਨਗਰ ਪਪਾਲਾ। ਇਤਨੇ ਨੂੰ ਫਤਿਹ ਸ਼ਾਹ ਗੜਵਾਲ ਦੇ ਰਾਜੇ ਨੇ ਲਾਗੀ ਪਠੇ ਆਏ ਤਿਸ ਕਾਲਾ। ਆਪਣੇ ਲਾਗੀ ਭੇਜੇ ਹਨ। ਵਿਆਹ ਦੀ ਚਿੱਠੀ ਦੇ ਕੇ ਸੱਦਾ, ਜਿਵੇਂ ਆਪਾਂ ਵਿਆਹ ਦਾ ਕਾਰਡ ਭੇਜਦੇ ਆ ਨਾ ਰਿਸ਼ਤੇਦਾਰਾਂ ਨੂੰ ਵੀ ਸਾਡੇ ਬੱਚੇ ਦਾ, ਸਾਡੀ ਬੱਚੀ ਦਾ ਵਿਆਹ ਹੈ ਤੇ ਫਲਾਣੇ ਦਿਨ ਨੂੰ ਵਿਆਹ ਹੈ, ਮਹਾਰਾਜ ਤੁਸੀਂ ਕਿਰਪਾ ਕਰਿਆ ਜੇ ਸਣੇ ਪਰਿਵਾਰ ਦਰਸ਼ਨ ਦੇਣਾ। ਇਹ ਅੱਜ ਕੱਲ੍ਹ ਕਾਰਡ ਛਪ ਜਾਂਦੇ ਨੇ ਤੇ ਉਸ ਜ਼ਮਾਨੇ 'ਚ ਪਹਿਲਾਂ ਚਿੱਠੀ ਜਿਹੜੀ ਸੀ ਉਹ ਹੱਥ ਨਾਲ ਲਿਖ ਕੇ ਭੇਜੀ ਜਾਂਦੀ ਸੀ। ਰਾਜੇ ਫਤਿਹ ਸ਼ਾਹ ਨੇ ਵਿਆਹ ਦੀ ਗੁਰੂ ਸਾਹਿਬ ਵੱਲ ਚਿੱਠੀ ਭੇਜੀ ਹੈ। ਕਰ ਬੰਧਨ ਕੋ ਦੀਨ ਸਪਾਤੀ। ਰਾਜੇ ਫਤਿਹ ਸ਼ਾਹ ਦੇ ਲਾਗੀ ਮਹਾਰਾਜ ਦੇ ਚਰਨਾਂ 'ਚ ਆ ਕੇ ਬੈਠ ਗਏ। ਮੱਥਾ ਟੇਕ ਕੇ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਰਾਜੇ ਫਤਿਹ ਸ਼ਾਹ ਦੀ ਚਿੱਠੀ ਰੱਖੀ ਹੈ। ਨਿਰਖ ਕੀ ਨਮੋ ਕੀਨ ਬਕਿਆਤੀ। ਔਰ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਨੂੰ ਰਾਜਾ ਫਤਿਹ ਸ਼ਾਹ ਵੱਲੋਂ ਨਮਸਕਾਰ ਕੀਤੀ। ਗੁਰੂ ਜੀ, ਰਾਜਾ ਫਤਿਹ ਸ਼ਾਹ ਜੀ ਨੇ ਤੁਹਾਡੇ ਚਰਨਾਂ 'ਚ ਮੱਥਾ ਟੇਕ ਘੱਲਿਆ ਹੈ। ਆਨ ਕਾਵਰਾ ਅਨਕ ਕਹਾਰਣ। ਔਰ ਨਾਲ ਬੜੀਆਂ ਕਾਵਰਾਂ ਪੜੀਆਂ ਹੋਈਆਂ ਕਹਾਰਾਂ ਨੇ ਲਿਆਂਦੀਆਂ। ਕਾਵਰਾਂ ਸਾਧ ਸੰਗਤ ਜੀ ਜਿਨ੍ਹਾਂ 'ਚ ਮਠਿਆਈਆਂ ਭਰੀਆਂ ਹੁੰਦੀਆਂ ਸਨ। ਪੁਰਾਣੇ ਜ਼ਮਾਨੇ 'ਚ ਅੱਜ ਕੱਲ੍ਹ ਤੇ ਡੱਬਾ ਕੁ ਮਠਿਆਈ ਦੇ ਦਈਏ ਤੇ ਉਹ ਵੀ ਕਿਸੇ ਦੇ ਘਰ ਮਹੀਨਾ ਪਈ ਰਹਿੰਦੀ, ਕੋਈ ਖਾਂਦਾ ਹੀ ਨਹੀਂ।
ਪਹਿਲਾਂ ਮਠਿਆਈਆਂ ਦਿੰਦੇ ਸੀ ਟੋਕਰੇ ਭਰ ਕੇ, ਕਾਵਰਾਂ ਭਰ ਕੇ। ਕਹਿੰਦੇ ਕਾਵਰਾਂ ਭਰ ਕੇ ਮਠਿਆਈਆਂ ਦੀਆਂ ਰਾਜੇ ਜੋ ਭੇਜੀਆਂ, ਰਾਜਿਆਂ ਦੇ ਸ਼ਗਨ ਵੀ ਵੱਡੇ ਹੀ ਹੁੰਦੇ ਆ, ਤੇ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਵਾਸਤੇ ਪੌਂਡਾ ਸਾਹਿਬ ਮਠਿਆਈਆਂ ਭੇਜੀਆਂ ਸ੍ਰੀਨਗਰ ਤੋਂ ਬਣਵਾ ਕੇ। ਕਿੰਨੀਆਂ ਕੁ ਭੇਜੀਆਂ? ਕਹਿੰਦੇ ਮਣਾ ਮੂੰਹ ਹਿਸਾਬ ਨਾਲ, ਵੀ ਜਿੰਨੀ ਵੀ ਗੁਰੂ ਦੀ ਸੰਗਤ ਹੈ ਗੁਰੂ ਸਾਹਿਬ ਦੇ ਦਰਬਾਰ 'ਚ ਮਠਿਆਈ ਸਾਰਿਆਂ ਨੂੰ ਛਕਾਈ ਜਾਣੀ ਹੈ। ਇਸ ਕਰਕੇ ਰਾਜੇ ਫਤਿਹ ਸ਼ਾਹ ਨੇ ਕਾਵਰਾਂ ਭਰ ਭਰ ਕੇ ਮਠਿਆਈ ਦੀਆਂ ਭੇਜੀਆਂ ਨੇ। ਉਹ ਸਤਿਗੁਰਾਂ ਦੇ ਚਰਨਾਂ ਵਿੱਚ ਰੱਖੀਆਂ ਗਈਆਂ ਹਨ ਹਾਜ਼ਰੀ ਲਵਾਉਣ ਵਾਸਤੇ। ਗੁਰ ਆਗੇ ਸਭ ਕੀਨੀ ਉਤਾਰਨ। ਉਹ ਜਿਹੜੀਆਂ ਰਾਜੇ ਫਤਿਹ ਸ਼ਾਹ ਨੇ ਕਾਵਰਾਂ ਭਰ ਭਰ ਕੇ ਭੇਜੀਆਂ ਨੇ ਮਠਿਆਈਆਂ ਦੀਆਂ, ਉਹ ਕਹਾਰਾਂ ਨੇ ਲਿਆ ਕੇ ਮਹਾਰਾਜ ਸ੍ਰੀ ਕਲਗੀਧਰ ਜੀ ਦੇ ਅੱਗੇ ਟਿਕਾ ਦਿੱਤੀਆਂ ਨੇ। ਹਾਥ ਬੰਦ ਮਾਨਵ ਕਹਿ ਬਾਣੀ। ਤੇ ਰਾਜੇ ਵੱਲੋਂ ਭੇਜੇ ਹੋਏ ਪ੍ਰਧਾਨ ਬੰਦੇ ਜਿਹੜੇ ਮਹਾਰਾਜ ਨੂੰ ਸੱਦਾ ਦੇਣ ਆਏ ਨੇ ਵਿਆਹ ਦਾ, ਹੱਥ ਜੋੜ ਕੇ ਕਹਿਣ ਲੱਗੇ, ਮਹਿ ਬਾਲਕ ਬਹੁ ਬਿਨੈ ਬਖਾਨੀ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀਓ, ਰਾਜਾ ਫਤਿਹ ਸ਼ਾਹ ਸ੍ਰੀਨਗਰ ਗੜਵਾਲ ਦੇ ਰਾਜੇ ਨੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਗੰਠ ਪੁੰਗ ਫਲ ਆਦ ਬਿਠਾਈ। ਆ ਮਹਾਰਾਜ ਗੰਢ ਭੇਜੀ ਹੈ, ਤੇ ਗੰਢ ਦਾ ਮਤਲਬ ਹੁੰਦਾ ਹੈ ਵੀ ਜਿਵੇਂ ਅੱਜ ਕੱਲ ਆਪਾਂ ਡੱਬਾ ਭੇਜ ਦਿੰਦੇ ਆ, ਵਿਆਹ ਦਾ ਕਾਰਡ ਭੇਜ ਦਿੰਦੇ ਆ, ਪਹਿਲਾਂ ਗੰਢ ਸੱਦੇ ਨੂੰ ਹੀ ਕਹਿੰਦੇ ਸੀ। ਉਹਦੇ ਵਿੱਚ ਮਠਿਆਈਆਂ, ਫਲ ਫਰੂਟ ਤੇ ਜਿੰਨਾ ਕਿਸੇ ਦੀ ਹੈਸੀਅਤ ਹੁੰਦੀ ਸੀ, ਗਰੀਬ ਆਦਮੀ ਭਾਵੇਂ ਗੁੜ ਦੀ ਭੇਲੀ ਭੇਜ ਦੇਵੇ, ਮਾੜਾ ਮੋਟਾ ਮਿੱਠਾ ਵੀ ਭੇਜ ਦੇਵੇ, ਤਾਂ ਉਹਦੀ ਹੈਸੀਅਤ ਹੈ। ਰਾਜਿਆਂ ਦਾ ਆਪਣਾ ਕੰਮ ਹੁੰਦਾ। ਸੋ ਰਾਜੇ ਨੇ ਮਹਾਰਾਜ ਆਪ ਜੀ ਵੱਲ ਗੰਢ ਭੇਜੀ ਹੈ, ਯਾਨੀ ਆਪ ਜੀ ਨੂੰ ਵਿਆਹ ਦਾ ਨਿਉਂਦਾ ਭੇਜਿਆ, ਸੱਦਾ ਭੇਜਿਆ ਹੈ। ਨਿਜ ਕੰਨਿਆ ਕੋ ਵਿਆਹ ਰਚਾਈ। ਹੇ ਗਰੀਬ ਨਵਾਜ ਰਾਜਾ ਫਤਿਹ ਸ਼ਾਹ ਸ੍ਰੀਨਗਰ ਗੜਵਾਲ ਦੇ ਰਾਜੇ ਨੇ। ਸਾਧ ਸੰਗਤ ਜੀ ਯਾਦ ਰਵੇ, ਸ੍ਰੀਨਗਰ ਦੋ ਹਨ, ਦੋਵੇਂ ਹੀ ਪਹਾੜਾਂ ਵਿੱਚ ਹਨ। ਇੱਕ ਸ੍ਰੀਨਗਰ ਜੰਮੂ ਕਸ਼ਮੀਰ ਦੇ ਵਿੱਚ ਹੈ, ਬਾਰਾਮੂਲਾ ਸ੍ਰੀਨਗਰ ਕਸ਼ਮੀਰ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਈ ਭਾਗ ਭਰੀ ਨੂੰ ਦਰਸ਼ਨ ਦੇਣ ਗਏ। ਇੱਕ ਸ੍ਰੀਨਗਰ ਹੇਮਕੁੰਟ ਸਾਹਿਬ ਦੇ ਰਸਤੇ ਵਿੱਚ, ਜਦੋਂ ਆਪਾਂ ਰਿਸ਼ੀਕੇਸ਼ ਤੋਂ ਉੱਪਰ ਜਾਈਏ ਨਾ ਹੇਮਕੁੰਟ ਸਾਹਿਬ ਨੂੰ, ਤੇ ਰਸਤੇ 'ਚ ਸ੍ਰੀਨਗਰ ਆਉਂਦਾ। ਇਹ ਦੂਸਰਾ ਸ੍ਰੀਨਗਰ ਹੈ। ਇਹ ਸ੍ਰੀਨਗਰ ਦਾ ਰਾਜਾ ਸੀ ਰਾਜਾ ਫਤਿਹ ਸ਼ਾਹ। ਰਿਆਸਤ ਦਾ ਨਾਮ ਹੈ ਟੀਰੀ ਗੜਵਾਲ। ਉਹ ਟੀਰੀ ਗੜਵਾਲ ਦਾ ਜਿਹੜਾ ਰਾਜਾ ਸੀ, ਉਸ ਨੇ ਗੁਰੂ ਸਾਹਿਬ ਵੱਲ ਇਹ ਚਿੱਠੀ ਵਿਆਹ ਦੀ ਭੇਜੀ ਹੈ। ਤੋ ਉਹਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ, ਮਹਾਰਾਜ ਆਪ ਜੀ ਨੂੰ ਸੱਦਾ ਭੇਜਿਆ, ਕਿਰਪਾ ਕਰਕੇ ਸ੍ਰੀਨਗਰ ਵਿਆਹ ਵਿੱਚ ਜ਼ਰੂਰ ਦਰਸ਼ਨ ਦੇਣੇ। ਸਦਨ ਅਵਾਹਨ ਤੁਮਕੋ ਚਾਹਾ। ਸਾਡੇ ਰਾਜਾ ਜੀ ਨੇ ਆਪ ਜੀ ਦੇ ਚਰਨ ਆਪਣੇ ਘਰ ਪਵਾਉਣ ਦੀ ਇੱਛਾ ਕੀਤੀ ਹੈ। ਆਪ ਜੀ ਕਿਰਪਾ ਕਰਕੇ ਰਾਜੇ ਦੀ ਬੇਟੀ ਦੇ ਵਿਆਹ ਵਿੱਚ ਜ਼ਰੂਰ ਤਸ਼ਰੀਫ ਲਿਆਓ ਤੇ ਦਰਸ਼ਨ ਦੇ ਕੇ ਨਿਹਾਲ ਕਰੋ। ਹਿਤ ਵਡਿਆਈ ਅਧਿਕ ਉਮਾਹਾ। ਮਹਾਰਾਜ ਰਾਜੇ ਫਤਿਹ ਸ਼ਾਹ ਨੇ ਆਪ ਜੀ ਦੇ ਚਰਨਾਂ ਵਿੱਚ ਤਾਂ ਬੇਨਤੀ ਕੀਤੀ ਹੈ ਕਿ ਆਪ ਜੀ ਆਓਗੇ ਸਾਡੀ ਇੱਜ਼ਤ ਬਣੇਗੀ। ਵੱਡੇ ਮਹਾਂਪੁਰਸ਼ ਗੁਰੂ ਜਿਸ ਵਿਆਹ ਦੇ ਵਿੱਚ ਦਰਸ਼ਨ ਦੇਣਗੇ, ਉਸ ਘਰ ਦੀ ਵੀ ਸੋਭਾ ਹੁੰਦੀ ਹੈ। ਸੋ ਮੈਂ ਖੁਸ਼ ਹੋਵਾਂਗਾ, ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਖੁਸ਼ੀ ਹੋਵੇਗੀ ਕਿ ਆਪ ਜੀ ਸਾਡੀ ਬੇਟੀ ਦੇ ਵਿਆਹ ਵਿੱਚ ਆਏ ਹੋ। ਚਰਨ ਆਪ ਕੇ ਜਬ ਤਹਿ ਤੁਰੈ। ਜਦੋਂ ਆਪ ਜੀ ਦੇ ਚਰਨ ਪੈਣਗੇ ਸਾਡੇ ਵਿਆਹ ਦੇ ਵਿੱਚ, ਤੁਸੀਂ ਆਓਗੇ, ਸ਼ਾਮਲ ਹੋਵੋਗੇ। ਸਭ ਪ੍ਰਾਤਨ ਤੇ ਬੜਤਾ ਤਰੈ। ਸਾਰੇ ਭਰਾਵਾਂ 'ਚ ਸਾਡੀ ਇੱਜ਼ਤ ਬਣੇਗੀ। ਭਾਈਚਾਰੇ ਵਿੱਚ ਰਾਜਪੂਤ ਬਰਾਦਰੀ ਜਿੰਨੀ ਵੀ ਪਹਾੜਾਂ 'ਚ ਰਾਜ ਕਰਦੀ ਹੈ, ਉਹ ਸਾਰਿਆਂ ਵਿੱਚ ਫਤਿਹ ਸ਼ਾਹ ਹੋ ਜਾਏਗੀ ਵੀ ਫਤਿਹ ਸ਼ਾਹ ਦੀ ਬੇਟੀ ਦੇ ਵਿਆਹ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖੁਦ ਆਏ ਹਨ। ਸੁਨ ਸਤਿਗੁਰ ਤਿਨ ਤੀਰਜ ਦੀਨੋ। ਮਹਾਰਾਜ ਨੇ ਰਾਜਾ ਫਤਿਹ ਸ਼ਾਹ ਦੇ ਲਾਗੀਆਂ ਦੀ ਬੇਨਤੀ ਸੁਣ ਕੇ ਬੜੇ ਹੌਸਲੇ ਨਾਲ, ਧੀਰਜ ਨਾਲ ਸਮਝਾਇਆ। ਮਿਲ ਕਰ ਵਾਸ ਪਾਵਟੇ ਕੀਨੋ। ਮਹਾਰਾਜ ਕਹਿੰਦੇ, ਭਾਈ ਜੀ ਆਇਆਂ ਨੂੰ ਤੁਹਾਨੂੰ। ਆਥੇ ਹੁਣ ਤੁਸੀਂ ਆਏ ਗੁਰੂ ਘਰ ਦੇ ਵਿੱਚ, ਆਰਾਮ ਕਰੋ, ਲੰਗਰ ਪ੍ਰਸ਼ਾਦਾ ਛਕੋ ਤੇ ਕੁਝ ਸਮਾਂ ਆਰਾਮ ਕਰਕੇ ਫਿਰ ਜਾਣਾ। ਕਈ ਕੋਰ ਨਿਜ ਨਿਕਟ ਬੁਲਾਏ। ਰਾਤ ਉਹਨਾਂ ਨੂੰ ਆਰਾਮ ਕਰਾਇਆ। ਅਗਲੇ ਦਿਨ ਆਪਣੇ ਕੋਲ ਬੁਲਾਇਆ ਸਤਿਗੁਰੂ ਜੀ ਨੇ। ਕਰੇ ਵਿਸਰਜਨ ਦਰਬ ਦਿਵਾਏ। ਉਹਨਾਂ ਸਾਰਿਆਂ ਮੰਤਰੀਆਂ ਨੂੰ ਸਰੋਪੇ ਵੀ ਦਿੱਤੇ,
ਨਾਲ ਮਾਇਆ ਵੀ ਦਿੱਤੀ ਤੇ ਗੁਰੂ ਘਰ ਵੱਲੋਂ ਪ੍ਰਸ਼ਾਦ ਸੁੱਕਾ ਡਰਾਈ ਫਰੂਟ ਵਗੈਰਾ ਉਹ ਸਾਰਾ ਦੇ ਕੇ ਉਹਨਾਂ ਮੰਤਰੀਆਂ ਦਾ ਜਿਹੜੇ ਲਾਗੀ ਆਏ ਸਨ, ਵੱਡੇ ਹੀ ਬੰਦੇ ਭੇਜੇ ਸਨ ਰਾਜੇ ਨੇ, ਆਪਣੇ ਮੁਖੀ ਬੰਦੇ, ਉਹਨਾਂ ਦਾ ਗੁਰੂ ਸਾਹਿਬ ਨੇ ਬੜਾ ਸਨਮਾਨ ਕਰਕੇ ਹਮਰੇ ਆਵਨ ਮਹਿ ਸੰਦੇਹੂ ਤੇ ਰਾਜੇ ਫਤਿਹ ਸ਼ਾਹ ਨੂੰ ਸੁਨੇਹਾ ਭੇਜਿਆ। ਕਹਿਣ ਲੱਗੇ ਆਪਣੇ ਰਾਜੇ ਨੂੰ ਕਹਿ ਦਿਆ ਜੇ ਵੀ ਸਾਡੇ ਆਉਣ ਵਿੱਚ ਕੱਚ ਪੱਕ ਹੈ, ਹੋ ਸਕਦਾ ਅਸੀਂ ਨਾ ਆ ਸਕੀਏ। ਸੰਗ ਪੂਰ ਸਿੱਖ ਸੈਨ ਸਨੇਹੂ ਕਾਰਨ ਬਹੁਤ ਹਨ। ਇੱਕ ਤਾਂ ਸਾਡੇ ਨਾਲ ਸੰਗਤਾਂ ਬੜੀਆਂ ਆ ਜਾਂਦੀਆਂ ਹਨ, ਜਿੱਥੇ ਵੀ ਅਸੀਂ ਜਾਵਾਂਗੇ ਉੱਥੇ ਹਜ਼ਾਰਾਂ ਸਿੱਖ ਇਕੱਠੇ ਹੋ ਜਾਣਗੇ ਤੇ ਜਦੋਂ ਸਿੱਖਾਂ ਦੇ ਨਾਲ ਅਸੀਂ ਆਵਾਂਗੇ ਹਜ਼ਾਰਾਂ ਸਿੱਖਾਂ ਸਮੇਤ, ਸੰਗਤਾਂ ਸਮੇਤ, ਰਾਜਾ ਬਾਕੀ ਲੋਕਾਂ ਦੀ ਸੇਵਾ ਕਰੇਗਾ ਕਿ ਸਾਡੇ ਸਿੱਖਾਂ ਨੂੰ ਸਾਂਭੇਗਾ। ਫਿਰ ਸਾਡੇ ਨਾਲ ਫੌਜ ਵੀ ਹੈ ਤੇ ਇਹਦੇ ਇਲਾਵਾ ਉਦਾਸੀ ਸਾਧੂ ਮਹਾਤਮਾ ਦੇ ਜਥੇ ਨੇ। ਅਸੀਂ ਕਿਸੇ ਨੂੰ ਰੋਕ ਤਾਂ ਸਕਦੇ ਨਹੀਂ ਵੀ ਤੁਹਾਨੂੰ ਨਾਲ ਨਹੀਂ ਲੈ ਕੇ ਜਾਣਾ, ਜਿਹੜਾ ਸਾਡੇ ਨਾਲ ਟੁਰ ਪਵੇ ਅਸੀਂ ਉਹਨੂੰ ਨਾਲ ਹੀ ਰੱਖਣਾ ਹੋਇਆ। ਇਸ ਕਰਕੇ ਸਤਿਗੁਰੂ ਕਹਿੰਦੇ ਸਾਡੇ ਆਉਣ ਵਿੱਚ ਰਾਜੇ ਫਤਿਹ ਸ਼ਾਹ ਨੂੰ ਬੜੀਆਂ ਦਿੱਕਤਾਂ ਆਉਣਗੀਆਂ। ਕਾਰਨ ਕਨੇ ਅਪਰ ਕਹਿ ਕਹਾ ਮਹਾਰਾਜ ਕਹਿੰਦੇ ਕਾਰਨ ਬਹੁਤ ਨੇ, ਤੁਹਾਨੂੰ ਹੋਰ ਕੀ ਆਖੀਏ, ਕੀ ਦਸੀਏ, ਸਾਰੀਆਂ ਗੱਲਾਂ ਦਸੀਆਂ ਨਹੀਂ ਜਾਂਦੀਆਂ ਹੁੰਦੀਆਂ। ਰਾਜੇ ਅਨਕ ਆਏ ਹੈ ਜਹਾ ਮਹਾਰਾਜ ਕਹਿੰਦੇ ਇੱਕ ਕਾਰਨ ਇਹ ਵੀ ਹੈ ਵੀ ਤੁਹਾਡੇ ਵਿਆਹ ਵਿੱਚ ਬੜੇ ਰਾਜਿਆਂ ਨੇ ਆਉਣਾ, 22 ਧਾਰ ਦੇ ਰਾਜੇ ਇਕੱਠੇ ਹੋਣੇ ਨੇ ਤੇ ਹੋ ਸਕਦਾ ਕਈ ਸੂਬਿਆਂ ਨੇ ਵੀ ਆਉਣਾ, ਕਈ ਭੀਮ ਚੰਦ ਵਰਗੇ ਖਾਸ ਆਉਣਾ, ਕਿਉਂਕਿ ਭੀਮ ਚੰਦ ਨੇ ਤਾਂ ਆਪਣੇ ਲੜਕੇ ਨੂੰ ਵਿਆਹਣ ਆਉਣਾ ਫਤਿਹ ਸ਼ਾਹ ਦੀ ਲੜਕੀ ਨਾਲ, ਤੇ ਭੀਮ ਚੰਦ ਨਾਲ ਹੀ ਪਹਿਲਾਂ ਵਿਗਾੜ ਪਿਆ ਹੋਇਆ ਸੀ। ਮਹਾਰਾਜ ਕਹਿੰਦੇ ਕਈ ਰਾਜਿਆਂ ਨੇ ਤੁਹਾਡੇ ਵਿਆਹ ਵਿੱਚ ਆਉਣਾ ਹੈ। ਹੋਏ ਨਾ ਪਰਹੇ ਕਿਸ ਸਾਥ ਬਖੇਰਾ ਕਿਤੇ ਉੱਥੇ ਕਿਸੇ ਨਾਲ ਸਾਡੀ ਖਹਿਬਾਜ਼ੀ ਨਾ ਹੋ ਜਾਵੇ, ਬਖੇੜਾ ਨਾ ਹੋ ਜਾਵੇ। ਕਿਉਂਕਿ ਜਦੋਂ ਕਿਸੇ ਨਾਲ ਮਾੜੀ ਮੋਟੀ ਵਿਗੜੀ ਹੋਵੇ ਸਾਹਮਣੇ ਆਉਣ ਤੋਂ ਵੱਧ ਸਕਦੀ ਹੈ ਲੜਾਈ, ਤੇ ਵਿਆਹ ਸ਼ਾਦੀ ਦੇ ਵਿੱਚ ਵਿਘਨ ਪਵੇਗਾ। ਤੁਹਾਡੇ ਘਰ ਖੁਸ਼ੀ ਦਾ ਮਾਹੌਲ, ਅਸੀਂ ਜਾ ਕੇ ਲੜਾਈ ਛੇੜ ਲਈਏ, ਉਹ ਗੱਲ ਚੰਗੀ ਨਹੀਂ ਲੱਗਦੀ। ਕੇਤਕ ਪੂਰਬ ਬਾਡਿਓ ਚੇਰਾ ਮਹਾਰਾਜ ਕਹਿੰਦੇ ਕੁਝ ਰਾਜਿਆਂ ਨਾਲ ਸਾਡਾ ਪਹਿਲਾਂ ਹੀ ਵਿਗਾੜ ਪਿਆ ਹੋਇਆ ਹੈ। ਨਿਜ ਦੀਵਾਨ ਪਠਾਵਨ ਕਰੈ ਅਸੀਂ ਆਪਣਾ ਦੀਵਾਨ ਭੇਜਾਂਗੇ, ਆਪਣੇ ਪੰਡਤ ਦਇਆ ਰਾਮ ਜੀ ਨੂੰ ਵੀ ਭੇਜਾਂਗੇ, ਪਰ ਆਪ ਅਸੀਂ ਸ਼ਾਇਦ ਨਾ ਆਈਏ। ਕੇਤਕ ਸੈਨ ਤਿਨਹੋ ਸੰਗ ਕਰੈ ਤੇ ਕੁਝ ਫੌਜ ਆਪਣੀ ਭੇਜ ਦਿਆਂਗੇ, ਆਪਣੇ ਦੀਵਾਨ ਨੂੰ ਭੇਜਾਂਗੇ। ਇਤ ਯਾਦਕ ਸੋ ਨਰ ਸੁਨ ਕਾਨ ਇਹ ਗੱਲਾਂ ਗੁਰੂ ਸਾਹਿਬ ਜੀ ਦੇ ਇਹ ਬਚਨ ਜਦੋਂ ਉਹਨਾਂ ਲੋਕਾਂ ਨੇ ਜਿਹੜੇ ਰਾਜਾ ਫਤਿਹ ਸ਼ਾਹ ਦੇ ਲਾਗੀ ਸਨ, ਜਿਹੜੇ ਸੱਦਾ ਦੇਣ ਆਏ ਸਨ ਵਿਆਹ ਦਾ, ਜਦੋਂ ਉਹਨਾਂ ਨੇ ਸੁਣੀਆਂ ਹਨ। ਬੰਦਤ ਨ੍ਰਿਪਡਿਕ ਕੀਨ ਪਿਆਨ ਗੁਰੂ ਕਲਗੀਧਰ ਨੂੰ ਮੱਥਾ ਟੇਕ ਕੇ ਸਰੋਪੇ ਲੈ ਕੇ ਪ੍ਰਸ਼ਾਦ ਲੈ ਕੇ ਅਗਲੇ ਦਿਨ ਉਹ ਜਿਹੜੇ 2-4 ਬੰਦੇ ਆਏ ਸਨ ਵਾਪਸ ਸ੍ਰੀਨਗਰ ਨੂੰ ਪਰਤ ਗਏ। ਜਾਏ ਪ੍ਰਸੰਗ ਸੁਨਾਵਨ ਕਰਿਓ ਉਹਨਾਂ ਨੇ ਜਾ ਕੇ ਸਾਰੀ ਗੱਲ ਰਾਜੇ ਫਤਿਹ ਸ਼ਾਹ ਨੂੰ ਦੱਸੀ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਅਸੀਂ ਮਿਲੇ ਹਾਂ, ਅਸੀਂ ਤੁਹਾਡਾ ਸੱਦਾ ਵੀ ਦਿੱਤਾ, ਜਿਹੜੀਆਂ ਕਾਵਰਾਂ ਮਠਿਆਈ ਦੀਆਂ ਭਰ ਕੇ ਦਿੱਤੀਆਂ ਉਹ ਵੀ ਗੁਰੂ ਸਾਹਿਬ ਨੇ ਪ੍ਰਵਾਨ ਕੀਤੀਆਂ, ਮਹਾਰਾਜ ਨੇ ਵੀ ਤੁਹਾਡੇ ਲਈ ਪ੍ਰਸ਼ਾਦ ਭੇਜਿਆ, ਸਰੋਪੇ ਭੇਜੇ ਨੇ। ਤੇ ਮਹਾਰਾਜ ਇਹ ਕਹਿੰਦੇ ਸਨ ਵੀ ਸ਼ਾਇਦ ਅਸੀਂ ਨਾ ਆ ਸਕੀਏ, ਕਿਉਂਕਿ ਸਾਡੇ ਆਉਣ ਨਾਲ ਇੱਕ ਤਾਂ ਤੁਹਾਡਾ ਭੀੜ ਰਸ਼ ਬੜਾ ਹੋ ਜਾਣਾ, ਸਾਡੇ ਨਾਲ ਹਜ਼ਾਰਾਂ ਸੰਗਤਾਂ ਪਹੁੰਚ ਜਾਣੀਆਂ, ਤੁਸੀਂ ਮੇਲੀਆਂ ਨੂੰ ਸਾਂਭੋਗੇ, ਬਰਾਤੀਆਂ ਨੂੰ ਸਾਂਭੋਗੇ ਜਾਂ ਸਾਡੇ ਸਿੱਖਾਂ ਨੂੰ ਸਾਂਭੋਗੇ। ਦੂਸਰਾ, ਜਿਹੜੇ ਰਾਜਿਆਂ ਨੇ ਤੁਹਾਡੇ ਵਿਆਹ ਵਿੱਚ ਆਉਣਾ, ਕਈਆਂ ਨਾਲ ਸਾਡੀ ਬਣਦੀ ਕੋਈ ਨਹੀਂ ਤੇ ਕਿਤੇ ਤੁਹਾਡੇ ਵਿਆਹ ਦੇ ਵਿੱਚ ਕੋਈ ਵਿਗਾੜ ਨਾ ਪੈ ਜਾਵੇ। ਬਣਦੀ ਵੀ ਕਿਹਦੇ ਨਾਲ ਨਹੀਂ, ਜਿਹੜੇ ਨੇ ਵਿਆਹ ਆਉਣਾ ਹੈ ਭੀਮ ਚੰਦ ਨੇ, ਉਹਦੇ ਨਾਲ ਹੀ ਵਿਗੜੀ ਹੋਈ ਹੈ, ਤੇ ਉੱਥੇ ਜਾਵਾਂਗੇ ਤੇ ਫਿਰ ਕੰਮ ਹੋਰ ਖਰਾਬ ਹੋਵੇਗਾ। ਬਾਚੀ ਕਲਗੀਧਰ ਜਥਾ ਉਚਰਿਓ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਸਨ, ਉਹ ਲਾਗੀਆਂ ਨੇ ਇਨ ਬਿਨ ਰਾਜੇ ਫਤਿਹ ਸ਼ਾਹ ਨੂੰ ਸੁਣਾ ਦਿੱਤੇ। ਸਕਲ ਪਾਂਚ ਤਿਆਰੀ ਕਰਵਾਈ ਰਾਜਾ ਫਤਿਹ ਸ਼ਾਹ ਹੁਣ ਹਰ ਤਰ੍ਹਾਂ ਨਾਲ ਆਪਣੇ ਵਿਆਹ ਦੀ ਤਿਆਰੀ 'ਚ ਲੱਗਾ ਹੋਇਆ, ਆਪਣੀ ਬੇਟੀ ਦੇ ਵਿਆਹ ਵਾਸਤੇ ਸਾਰਾ ਸਮਾਨ ਇਕੱਠਾ ਕਰ ਰਿਹਾ ਹੈ। ਫਤਿਹ ਸ਼ਾਹੇ ਉਰ ਮੋਦ ਵਡਾਈ ਰਾਜਾ ਫਤਿਹ ਸ਼ਾਹ ਮਨ ਵਿੱਚ ਬੜਾ ਖੁਸ਼ ਹੈ ਵੀ ਚਲੋ
ਬੜਾ ਵੱਡਾ ਪ੍ਰੋਗਰਾਮ ਹੋਣਾ, ਰਾਜੇ ਮਹਾਰਾਜੇ ਆਉਣੇ ਨੇ। ਬਹੁਤੇ ਆਏ ਮੇਲ ਮਹਾਰਾਜੇ। ਮੇਰੇ ਬੇਟੀ ਦੇ ਵਿਆਹ ਵਿੱਚ ਬਹੁਤ ਰਾਜੇ ਆਉਣਗੇ ਮੇਲ ਵਿੱਚ। ਪੁੱਤ ਬਰਾਤ ਮਹਿ ਬ੍ਰਿੰਦ ਬਿਰਾਜੇ। ਉਧਰੋਂ ਮੇਲ ਵਿੱਚ ਵੀ ਆਉਣੇ ਨੇ ਤੇ ਬਰਾਤ ਵਿੱਚ ਵੀ ਰਾਜੇ ਹੀ ਆਉਣੇ ਨੇ। ਰਾਜੇ ਦੀ ਲੜਕੀ ਦਾ ਵਿਆਹ ਹੈ, ਇਧਰੋਂ ਫਤਿਹ ਸ਼ਾਹ ਦੀ, ਉਧਰੋਂ ਜਿਹੜਾ ਵਿਆਹਣ ਆਵੇਗਾ ਅਜਮੇਰ ਚੰਦ, ਭੀਮ ਚੰਦ ਦਾ ਪੁੱਤਰ, ਉਹ ਵੀ ਰਾਜਿਆਂ ਦੀ ਬਰਾਤ ਲੈ ਕੇ ਆਉਣਗੇ। ਸਕਲ ਗਿਰਨ ਤਾਰਾ ਪਤ ਮਿਲੇ। ਆ ਜਿੰਨੇ 22 ਧਾਰ ਦੇ ਰਾਜ ਇਕੱਠੇ ਹੋਏ ਨੇ, ਹੋਏ ਉਤਸਾਹ ਵਿਆਹ ਕੋ ਭਲੇ। ਉਹ ਸਾਰੇ ਇਸ ਵਿਆਹ ਦੇ ਇਕੱਠੇ ਹੋ ਜਾਣਗੇ। ਕਿਉਂ? ਕੁਝ ਲੜਕੇ ਵੱਲੋਂ ਆਉਣਗੇ, ਕੁਝ ਲੜਕੀ ਵੱਲੋਂ ਆਉਣਗੇ। ਤੇ ਵਿਆਹ ਦੇ ਟਾਈਮ ਤੇ ਤਾਂ 22 ਤੇ 22 ਰਾਜੇ ਅਤੇ ਹੋਰ ਹਿੰਦੁਸਤਾਨ ਦੇ ਕਈ ਸੂਬੇ, ਕਈ ਵੱਡੇ ਨਵਾਬ, ਕਈ ਜਾਣ ਪਛਾਣ ਵਾਲੇ ਆਉਣਗੇ। ਕਨੋ ਅੰਨ ਕ੍ਰਿਤ ਕੋ ਪਕਵਾਨ। ਤੋ ਰਾਜੇ ਫਤਿਹ ਸ਼ਾਹ ਨੇ ਬੜਾ ਹੀ ਅੰਨ, ਆਟਾ, ਘਿਓ, ਪਕਵਾਨ, ਜੋ ਵੀ ਚਾਹੀਦਾ ਸਮਾਨ ਬਹੁਤ ਵੱਡੇ ਲੈਵਲ ਤੇ ਇਕੱਠਾ ਕਰ ਲਿਆ। ਮਦਰ ਕਰਹੇ ਰਖਵਾਏ ਮਹਾਨ। ਮਠਿਆਈਆਂ ਬਣਾ ਬਣਾ ਕੇ ਕੋਠੜੇ ਭਰ ਲਏ ਹਨ। ਰਿਣ ਦਾਨਾ ਕੋ ਸੰਚ ਅੰਬਾਰ। ਔਰ ਸਾਧ ਸੰਗਤ ਜੀ ਘੋੜਿਆਂ ਵਾਸਤੇ ਘਾਹ ਪੱਠਾ ਪਹਿਲਾਂ ਹੀ ਇਕੱਠਾ ਕਰ ਲਿਆ। ਕਰਚੇ ਤਨ ਕੋ ਬਨਿਓ ਉਦਾਰਾ। ਰਾਜੇ ਨੇ ਪੈਸਾ ਬਹੁਤ ਖਰਚ ਕੀਤਾ, ਖੁੱਲੇ ਦਿਲ ਨਾਲ ਰਾਜੇ ਨੇ ਸਮਾਨ ਖਰੀਦਿਆ। ਇਤ ਸਤਿਗੁਰ ਉਰ ਬਿਠੈ ਵਿਚਾਰਾ। ਇਧਰ ਮਹਾਰਾਜ ਕਲਗੀਧਰ ਜੀ ਆਪਣੇ ਮਨ ਵਿੱਚ ਵਿਚਾਰ ਕੀਤੀ ਹੈ ਰਾਜਨੀਤ ਕੋ ਜਿਤਕ ਪ੍ਰਕਾਰਾ। ਕਿ ਰਾਜਨੀਤ ਦੇ ਜਿੰਨੇ ਵੀ ਪ੍ਰਕਾਰ ਹਨ, ਰਾਜਨੀਤੀਆਂ ਜਿੰਨੀਆਂ ਵੀ ਨੀਤੀਆਂ ਹਨ, ਜਿੰਨੇ ਵੀ ਦਾਅ ਪੇਚ ਹਨ, ਕੰਨਿਆ ਵਿਆਹ ਬਿਖੈ ਕਛ ਦੇਨਾ। ਉਹ ਸਾਰੇ ਵਿਚਾਰ ਲਏ ਮਹਾਰਾਜ ਨੇ। ਹੁਣ ਰਾਜਿਆਂ ਦਾ ਵਿਆਹ ਹੈ। ਇੱਕ ਪਾਸੇ ਰਾਜਾ ਫਤਿਹ ਸ਼ਾਹ ਨੇ ਨਿਉਂਦਾ ਭੇਜਿਆ, ਸੱਦਾ ਭੇਜਿਆ। ਦੂਜੇ ਪਾਸੇ ਫਤਿਹ ਸ਼ਾਹ ਦੇ ਕੁੜਮ ਨਾਲ ਵਿਗੜ ਪਈ ਹੋਈ ਹੈ, ਭੀਮ ਚੰਦ ਨਾਲ। ਹੁਣ ਮਹਾਰਾਜ ਸੋਚਦੇ ਆ ਵੀ ਹੁਣ ਸਾਰੇ ਪੱਖ ਵੇਖਣੇ। ਜੇ ਅਗਲਿਆਂ ਨੇ ਸੱਦਾ ਭੇਜਿਆ, ਨਿਉਂਦਾ ਭੇਜਿਆ, ਤਾਂ ਹੁਣ ਸਗਨ ਵੀ ਦੇਣਾ ਪੈਣਾ। ਤੇ ਸਤਿਗੁਰੂ ਜੀ ਨੇ ਰਾਜਨੀਤੀ ਦੇ ਸਾਰੇ ਪੱਖ ਵਿਚਾਰ ਕੇ, ਜਗਤ ਰੀਤ ਠਾਨਹਿ ਸਭ ਲੈਣਾ। ਕਿਉਂਕਿ ਜਗਤ ਦੀ ਰੀਤ ਹੈ, ਕੁਝ ਚੀਜ਼ਾਂ ਹੁੰਦੀਆਂ ਨੇ ਧਾਰਮਿਕ, ਕੁਝ ਹੁੰਦੀਆਂ ਨੇ ਅਧਿਆਤਮਿਕ, ਕੁਝ ਹੁੰਦੀਆਂ ਨੇ ਸਮਾਜਿਕ। ਅਸੀਂ ਅੱਜ ਕੱਲ੍ਹ ਸਾਧ ਸੰਗਤ ਜੀ ਮੈਂ ਦੇਖਿਆ ਜਿੰਨੇ ਆਪਾਂ ਉਲਝ ਗਏ ਆ ਨਾ, ਸਾਨੂੰ ਇਹ ਨਹੀਂ ਪਤਾ ਵੀ ਅਧਿਆਤਮਿਕ ਕੀ ਹੈ, ਧਾਰਮਿਕ ਕੀ ਹੈ, ਸਮਾਜਿਕ ਕੀ ਹੈ, ਭਾਈਚਾਰਕ ਕੀ ਹੈ। ਅਸੀਂ ਸਾਰੀਆਂ ਚੀਜ਼ਾਂ ਦੀ ਖਿਚੜੀ ਬਣਾਤੀ ਅੱਜ ਕੱਲ੍ਹ। ਤੇ ਸਿੱਖਾਂ ਦਾ ਜਿੰਨਾ ਮਾੜਾ ਹਾਲ ਹੈ ਨਾ ਅੱਜ ਕੱਲ੍ਹ, ਉਹ ਕਿਸੇ ਨੂੰ ਪਤਾ ਹੀ ਨਹੀਂ। ਆਪਣੇ ਨਾ ਰਹਿਤਨਾਮੇ ਪੜ੍ਹਨੇ, ਨਾ ਸਮਾਜ ਸ਼ਾਸਤਰ ਦਾ ਅਧਿਐਨ ਕਰਨਾ। ਬਸ ਕਈ ਵਾਰੀ ਤੇ ਵਿਆਹਾਂ ਸ਼ਾਦੀਆਂ ਵਿੱਚ ਵੀ ਸਾਡੀ ਹਾਸੀ ਬਣੀ ਹੁੰਦੀ ਹੈ ਬਈ ਕੋਈ ਪਤਾ ਹੀ ਨਹੀਂ ਹੁੰਦਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ। ਤੇ ਇੱਥੇ ਹੁਣ ਸਤਿਗੁਰੂ ਪਾਤਸ਼ਾਹ ਧਰਮ ਨੂੰ ਇੱਕ ਪਾਸੇ ਰੱਖ ਕੇ ਰਾਜਨੀਤੀ ਦਾ ਧਰਮ ਕੀ ਹੈ ਉਹ ਵਿਚਾਰ ਰਹੇ ਨੇ, ਸਮਾਜ ਦਾ ਧਰਮ ਕੀ ਹੈ, ਭਾਈਚਾਰਾ ਕੀ ਹੁੰਦਾ ਉਹਦੀ ਵੀ ਹੁਣ ਵਿਚਾਰ ਕਰ ਰਹੇ ਨੇ। ਕਹਿੰਦੇ ਜੇ ਹੁਣ ਅਗਲਿਆਂ ਨੇ ਸੱਦਾ ਭੇਜਿਆ, ਨਿਉਂਦਾ ਭੇਜਿਆ, ਤੇ ਹੁਣ ਉੱਥੇ ਸਾਨੂੰ ਸਗਨ ਵੀ ਭੇਜਣਾ ਪੈਣਾ ਹੈ। ਜਾਨ ਆਪਣੀ ਊਚ ਬੜਾਈ। ਇਹ ਘਰ ਵੀ ਛੋਟਾ ਨਹੀਂ ਹੈ, ਇਹ ਘਰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੈ। ਇਸ ਘਰ ਤੋਂ ਵੱਡਾ ਘਰ ਕੋਈ ਨਹੀਂ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਹੁਣ ਇਸ ਘਰ ਤੋਂ ਸਗਨ ਵੀ ਜਾਣਾ ਹੈ। ਦੁਤੀ ਹੈ ਬਿਕਹੇ ਬ੍ਰਿੰਦ ਗਿਰ ਰਾਈ। ਤੇ ਇੱਕ ਤਾਂ ਗੁਰੂ ਨਾਨਕ ਦੀ ਵਡਿਆਈ ਵੱਡੀ ਹੈ, ਦੂਸਰਾ ਉੱਥੇ 22 ਧਾਰ ਦੇ ਰਾਜਿਆਂ ਨੇ ਬੈਠੇ ਹੋਣਾ ਹੈ। ਬਹਰੋ ਚਿੱਤ ਉਦਾਰ ਗੁਰ ਕੀਰਾ। ਫਿਰ ਸਤਿਗੁਰੂ ਜੀ ਦਾ ਦਿਲ ਵੀ ਜਿਹੜਾ ਸੀ ਨਾ ਉਦਾਰ ਸੀ, ਖੁੱਲੇ ਦਾਨੀ ਸਨ। ਸਰਬੰਸ ਦਾਨੀ ਤੋਂ ਵੱਡਾ ਦਾਨੀ ਕੋਈ ਹੋ ਹੀ ਨਹੀਂ ਸਕਦਾ। ਸਤਿਨਾਮ ਸ੍ਰੀ ਮਹਾਰਾਜ ਨੂੰ ਲਾਲਚ ਦਾ ਸਰਫਾ ਤਾਂ ਹੈ ਹੀ ਨਹੀਂ ਸੀ ਕੋਈ। ਜਦੋਂ ਵੀ ਦਿੰਦੇ ਸਨ ਨਾ ਰੀਝ ਕੇ ਹੀ ਦਿੰਦੇ ਸਨ। ਅੱਜ ਨਾ 52 ਕਵੀਆਂ ਵਿੱਚੋਂ 18 ਕਵੀਆਂ ਨੇ ਮਹਾਭਾਰਤ ਦੀ ਟਰਾਂਸਲੇਟ ਕੀਤਾ ਨਾ, ਅਨੁਵਾਦ ਕੀਤਾ। ਉਹਨਾਂ ਨੂੰ ਇੱਕ ਇੱਕ ਕਵੀ ਨੂੰ 60-60 ਹਜ਼ਾਰ ਰੁਪਈਆ ਦਿੱਤਾ ਸੀ ਉਸ ਜ਼ਮਾਨੇ ਵਿੱਚ, ਮਾਲਾ ਮਾਲ ਕਰਤਾ ਸੀਗਾ। ਕਹਿੰਦੇ ਕਵੀ ਜਿਹੜੇ ਨੇ ਮੁੜ ਕੇ ਕਿਸੇ ਤੋਂ ਮੰਗਣ ਨਾ। ਏਦਾਂ ਗੁਰੂ ਕਲਗੀਧਰ ਦਾ ਉਦਾਰ ਚਿੱਤ ਸੀ, ਖੁੱਲੇ ਦਿਲ ਵਾਲੇ ਸਨ। ਜਾਤੇ ਚਾਹਿਤ ਦਿਓ ਕਨੇਰਾ। ਇਸ ਕਰਕੇ ਖੁੱਲਾ ਹੀ ਦਾਨ ਦੇਣਾ ਚਾਹੁੰਦੇ ਆ ਕੰਨਿਆ ਦਾਨ ਵਿੱਚ। ਜੇਵਰ ਜਰੇ ਜਰਾਬ ਜਵਾਹਰ। ਉਸੇ ਵੇਲੇ ਮਹਾਰਾਜ ਨੇ ਆਪਣੇ ਖਜ਼ਾਨੇ ਵਿੱਚੋਂ ਬੜੇ ਕੀਮਤੀ ਹੀਰੇ ਮੋਤੀਆਂ ਦੇ ਜੜੇ ਹੋਏ ਹਾਰ ਕਢਾਏ ਹਨ।
ਬੜੇ ਸੋਹਣੇ ਸੋਹਣੇ ਗਹਿਣੇ ਕਢਾਏ ਹਨ, ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚ ਜਬਰ ਜਵਾਹਰ ਹੀਰੇ ਮੋਤੀ ਜੜੇ ਹੋਏ ਹਨ, ਜਾਗਤ ਜੀਵ ਜਿਨਹੋ ਕੀ ਜਾਹਰ। ਜਿਨ੍ਹਾਂ ਦੀ ਬੜੀ ਚਮਕ ਹੈ। ਬਹੁਤ ਮਹਿੰਗੇ ਹਾਰ ਹਨ, ਬਹੁਤ ਮਹਿੰਗੇ ਕੜੇ ਹਨ ਸੋਨੇ ਦੇ, ਬਹੁਤ ਸੋਹਣੀਆਂ ਮੁੰਦਰੀਆਂ ਛਾਪਾਂ ਹਨ, ਲੜਕੀਆਂ ਦੇ ਪਾਉਣ ਵਾਲੇ, ਕੰਨਿਆਂ ਦੇ ਪਾਉਣ ਵਾਲੇ ਗਹਿਣੇ ਹਨ। ਲੜਕੇ ਜਿਹੜਾ ਜਵਾਈ ਨੂੰ ਦਿੱਤਾ ਜਾਂਦਾ ਦਾਨ ਵਿੱਚ, ਉਹ ਵੀ ਸਭ ਤਰ੍ਹਾਂ ਦਾ ਗੁਰੂ ਸਾਹਿਬ ਨੇ ਪੂਰੀ ਮਰਿਆਦਾ ਅਨੁਸਾਰ ਜਗਤ ਰੀਤ ਮੁਤਾਬਕ ਸਭ ਤਰ੍ਹਾਂ ਦਾ ਸਮਾਨ, ਕੱਪੜੇ ਵੀ ਬੜੇ ਬੜੇ ਕੀਮਤੀ ਕਢਾਏ ਹਨ। ਸੁੰਦਰ ਕੁੰਦਨ ਕੇ ਕਰਵਾਏ। ਜਿਹੜਾ ਸਾਧ ਸੰਗਤ ਜੀ ਕੁੰਦਨ ਹੁੰਦਾ ਸੋਨਾ, ਜਿਹੜਾ ਅੱਜ ਕੱਲ 24 ਗ੍ਰੇਡ ਕਹਿ ਦਿੰਦੇ ਆ, ਪਹਿਲਾਂ 12 ਵੰਨੀ ਕਹਿੰਦੇ ਸੀ। ਜਿਹਨੂੰ 12 ਵਾਰੀ ਤਾ ਕੇ ਸ਼ੁੱਧ ਕੀਤਾ ਜਾਵੇ ਨਾ, ਬਿਲਕੁਲ ਖੋਟ ਨਾ ਹੋਵੇ, ਉਹਨੂੰ ਕੁੰਦਨ ਕਹਿੰਦੇ। 24 ਗ੍ਰੇਡ ਕਹਿ ਦਿੰਦੇ ਆ, ਜਾਂ ਅੱਜ ਕੱਲ ਪਹਿਲਾਂ 12 ਵੰਨੀ ਕਹਿੰਦੇ ਸੀ। ਉਹ ਸੋਨਾ ਮਹਾਰਾਜ ਨੇ ਵਰਤਿਆ ਗਹਿਣਿਆਂ ਲਈ। ਬਹੁਤ ਗਰਭ ਜਿਨ ਉਪਰ ਲਾਏ। ਬਹੁਤ ਪੈਸਾ ਜਿਨ੍ਹਾਂ ਤੇ ਲੱਗਾ ਹੋਇਆ ਹੈ। ਪਸ਼ਮੰਬਰ ਪਾਟੰਬਰ ਕਨੇ। ਪਸ਼ਮੀਨੇ ਦੇ ਬੜੇ ਬੜੇ ਕੀਮਤੀ ਕੱਪੜੇ ਹਨ। ਗੋਟਾ ਜਰੀ ਲਾਗ ਬਰ ਬਨੇ। ਜਿਨ੍ਹਾਂ ਨੂੰ ਜਰੀਦਾਰ ਕਢਾਈ ਕੱਢੀ ਹੋਈ ਹੈ ਤੇ ਕਿਨਾਰਿਆਂ ਤੇ ਗੋਟਾ ਲੱਗਾ ਹੋਇਆ ਹੈ। ਬਾਸਨ ਕੰਚਨ ਰਜਤ ਕਰਾਏ। ਔਰ ਸੋਨੇ ਦੀਆਂ ਚਾਂਦੀ ਦੀਆਂ ਥਾਲੀਆਂ ਹਨ, ਸੋਨੇ ਚਾਂਦੀ ਦੀਆਂ ਕੌਲੀਆਂ ਹਨ, ਸੋਨੇ ਚਾਂਦੀ ਦੇ ਚਮਚੇ ਹਨ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਜ਼ਮਾਨੇ ਵਿੱਚ 1.25 ਲੱਖ ਦਾ ਤੰਬੋਲ ਤਿਆਰ ਕੀਤਾ। 1.25 ਲੱਖ ਦਾ ਮਹਾਰਾਜ ਨੇ ਕੰਨਿਆ ਦਾਨ ਦੇਣ ਲਈ ਇਹ ਪਦਾਰਥ ਕਢਾਏ ਹਨ ਖਜ਼ਾਨੇ ਵਿੱਚੋਂ। ਕਾਰੀਗਰਾਂ ਨੇ ਅਨੇਕ ਬਣਾਏ। ਕਾਰੀਗਰਾਂ ਨੇ ਭਾਂਤ ਭਾਂਤ ਦੇ ਸੋਨੇ ਦੇ ਭਾਂਡੇ ਗਹਿਣੇ ਬਣਾਏ ਹੋਏ ਹਨ। ਜੋ ਇਤਿਆਦਿਕ ਦਾਇਜ ਕੇ ਹੇਤ। ਇਤਨਾ ਸਮਾਨ, ਮਹਿੰਗੇ ਤੋਂ ਮਹਿੰਗਾ ਦਾਨ ਗੁਰੂ ਸਾਹਿਬ ਨੇ ਰਾਜੇ ਫਤਿਹ ਸ਼ਾਹ ਦੀ ਲੜਕੀ ਦੇ ਦਾਨ ਵਾਸਤੇ, ਕੰਨਿਆ ਦਾਨ ਦਾਜ ਵਿੱਚ ਦੇਣ ਲਈ ਤਿਆਰ ਕੀਤਾ ਹੈ। ਧਨ ਧਨ ਦੀਨਸ ਕਿਰਪਾ ਨਿਕੇਤ। ਔਰ ਬਹੁਤ ਸਾਰੀ ਮਾਇਆ ਵੀ ਕਲਗੀਧਰ ਪਾਤਸ਼ਾਹ ਨੇ ਖਜ਼ਾਨੇ ਵਿੱਚੋਂ ਦਿੱਤੀ ਹੈ। 1.25 ਲੱਖ ਕੋ ਕਰ ਤੰਬੋਲ। ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ 1.25 ਲੱਖ ਦਾ ਗਹਿਣਿਆਂ ਸਮੇਤ, ਕੱਪੜਿਆਂ ਸਮੇਤ, ਬਹੁਤ ਸੋਹਣੇ ਸੋਹਣੇ ਤੋਹਫਿਆਂ ਸਮੇਤ, ਵਿੱਚੇ ਮਹਾਰਾਜ ਨੇ ਚੰਗੇ ਘੋੜੇ ਵੀ, ਚੰਗੇ ਸ਼ਸਤਰ ਬਸਤਰ, ਜੋ ਰਾਜਨੀਤੀ ਦੀ ਮਰਿਆਦਾ ਹੁੰਦੀ ਹੈ ਉਹ ਮਹਾਰਾਜ ਨੇ ਕੀਤੀ। ਰਾਜਿਆਂ ਤੋਂ ਘੱਟ ਨਹੀਂ ਬਲਕਿ ਰਾਜਿਆਂ ਤੋਂ ਵੀ ਵੱਧ ਕੇ ਸੱਚੇ ਪਾਤਸ਼ਾਹ ਨੇ ਕੀਤਾ। 1.25 ਲੱਖ ਦਾ ਤੰਬੋਲ ਤਿਆਰ ਹੋਇਆ। ਵਸਤ ਅਜਾਇਬ ਜਿਨ ਬਹੁ ਬੋਧ ਮੋਲ। ਇਹੋ ਜਿਹੀਆਂ ਅਜੀਬੋ ਗਰੀਬ ਵਸਤੂਆਂ ਸਨ ਜਿਨ੍ਹਾਂ ਦਾ ਬਹੁਤ ਹੀ ਮੁੱਲ ਸੀ, ਬਹੁਤ ਕੀਮਤੀ ਚੀਜ਼ਾਂ ਸਨ। ਨੰਦ ਚੰਦ ਸਭ ਤਿਆਰ ਕਰਾਏ। ਦੀਵਾਨ ਨੰਦ ਚੰਦ ਨੇ ਗੁਰੂ ਸਾਹਿਬ ਦੇ ਹੁਕਮ ਨਾਲ ਸਾਰੀਆਂ ਚੀਜ਼ਾਂ ਤਿਆਰ ਕਰਵਾ ਲਈਆਂ। ਸ੍ਰੀ ਸਤਿਗੁਰ ਕੋ ਦੀਨ ਦਿਖਾਏ। ਤੇ ਫਿਰ ਜਾਣ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਨੂੰ ਇਹ ਸਾਰੀਆਂ ਚੀਜ਼ਾਂ ਨੰਦ ਚੰਦ ਨੇ ਦਿਖਾਈਆਂ। ਆਹ ਮਹਾਰਾਜ ਗਹਿਣੇ ਹਨ, ਆਹ ਕੱਪੜੇ ਹਨ, ਆਹ ਭਾਂਡੇ ਹਨ, ਆਹ ਹਾਥੀ ਘੋੜੇ ਹਨ। ਜੋ ਵੀ 1.25 ਲੱਖ ਚ ਆਉਂਦਾ ਸੀ ਨਾ, ਉਹ ਸਾਰਾ ਕੁਝ ਮਹਾਰਾਜ ਨੇ ਦੇਖਿਆ। ਅਬ ਲੋਕਤ ਪ੍ਰਭ ਹੁਕਮ ਬਖਾਨਾ। ਫਿਰ ਸਤਿਗੁਰੂ ਵੇਖ ਕੇ ਕਹਿਣ ਲੱਗੇ, ਦਇਆ ਰਾਮ ਪ੍ਰਭੋਤ ਮਤਵਾਨਾ। ਕਿ ਪੰਡਿਤ ਦਇਆ ਰਾਮ ਜੀ ਜੋ ਸਾਡੇ ਪੁਰੋਹਤ ਹਨ, ਬੜੇ ਸਿਆਣੇ ਹਨ। ਤੋਹੇ ਸਹਿਤ ਲੈ ਚੰਮੂ ਕਨੇਰੀ। ਉਹਨਾਂ ਨੂੰ ਆਪਣੇ ਨਾਲ ਲੈ ਕੇ ਦੀਵਾਨ ਜੀ ਤੁਸੀਂ ਫੌਜ ਲੈ ਕੇ ਜਾਓ। 500 ਸਿੱਖਾਂ ਦਾ ਜਥਾ ਜਾਏਗਾ ਤੁਹਾਡੇ ਨਾਲ। ਇੱਕ ਤੁਸੀਂ ਜਾਓਗੇ, ਇੱਕ ਸਾਡੇ ਪੰਡਿਤ ਦਇਆ ਰਾਮ ਜੀ ਜਾਣਗੇ। ਬਹੁਚਨ ਬਨਹਿ ਵਿਆਹ ਜਿਸ ਬੇਰੀ। ਔਰ ਵਿਆਹ ਤੋਂ ਪਹਿਲਾਂ 2 ਦਿਨ ਪਹੁੰਚਣਾ ਜ਼ਰੂਰੀ ਹੈ। ਤੁਸੀਂ ਵਿਆਹ ਤੋਂ ਪਹਿਲਾਂ ਪਹੁੰਚ ਜਾਓ। ਸੈਲ ਪਤਨ ਕੇ ਗਨ ਜਪ ਮਿਲੈ। ਜਦੋਂ ਉੱਥੇ 22 ਧਾਰ ਦੇ ਰਾਜੇ ਇਕੱਠੇ ਹੋ ਕੇ ਦਾਜ ਦੇਣਗੇ, ਉਸ ਵੇਲੇ ਕੰਨਿਆ ਦਾਨ ਵੇਲੇ ਸਾਡੇ ਵੱਲੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਵੱਲੋਂ ਇਹ 1.25 ਲੱਖ ਦਾ ਤੰਬੋਲ ਤੁਸੀਂ ਫਤਿਹ ਸ਼ਾਹ ਦੀ ਬੇਟੀ ਲਈ ਦੇਣਾ ਹੈ। ਕਰਹੋ ਦਿਖਾਵਨ ਤਬ ਸਭ ਪਲੇ। ਉਦੋਂ ਦਿਖਾਣਾ ਹੈ ਜਦੋਂ ਸਾਰੇ ਰਾਜੇ ਬੈਠ ਕੇ ਦਿਖਾਣਗੇ, ਆਪੋ ਆਪਣਾ ਤੰਬੋਲ ਦੇਣਗੇ, ਸਗਨ ਪਾਣਗੇ। ਨੰਦ ਚੰਦ ਅਰ ਬਿਜ ਸੁਣ ਕਰਕੇ। ਕਹਿੰਦੇ ਦੀਵਾਨ ਨੰਦ ਚੰਦ ਤੇ ਪੰਡਿਤ ਦਇਆ ਰਾਮ ਜੀ ਕਲਗੀਧਰ ਜੀ ਦਾ ਹੁਕਮ ਸੁਣ ਕੇ ਬੂਝਣ ਲਾਗੇ ਹਿਰਦੈ ਵਿਚਰ ਕੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਣ ਲੱਗੇ, ਵਿਚਾਰ ਕਰਕੇ ਨਾ, ਬੜੇ ਸਿਆਣੇ ਸਨ ਪੰਡਿਤ ਦਇਆ ਰਾਮ ਜੀ ਤੇ ਦੀਵਾਨ ਨੰਦ ਚੰਦ ਜੀ। ਸਾਰੇ ਪੱਖਾਂ ਦੇ ਵਿਚਾਰ ਕਰਿਆ ਕਰਦੇ ਸਨ। ਹਾਲਾਤ ਵੇਖੇ ਉਹਨਾਂ ਨੇ ਤੇ ਗੁਰੂ ਸਾਹਿਬ ਨੂੰ ਪੁੱਛਿਆ,
ਪਰਬਤ ਪਾਲਕ ਕਿਤਕ ਵਿਰੋਧੀ। ਇਹ ਸੱਚੇ ਪਾਤਸ਼ਾਹ ਜੀ, ਜਿਹੜੇ 22 ਧਾਰ ਦੇ ਰਾਜੇ ਉੱਥੇ ਇਕੱਠੇ ਹੋਣੇ ਨੇ, ਉਹਨਾਂ ਵਿੱਚੋਂ ਬਹੁਤੇ ਰਾਜੇ ਐਸੇ ਵੀ ਨੇ ਜਿਹੜੇ ਗੁਰੂ ਘਰ ਨਾਲ ਈਰਖਾ ਕਰਦੇ ਨੇ, ਆਪ ਜੀ ਦਾ ਵਿਰੋਧ ਕਰਦੇ ਨੇ। ਭੀਮ ਚੰਦ ਤੇ ਆਦ ਕਰੋਧੀ। ਖਾਸ ਕਰਕੇ ਰਾਜਾ ਭੀਮ ਚੰਦ ਬੜਾ ਕਰੋਧੀ ਹੈ, ਤੇ ਕਿਰਪਾਲ ਚੰਦ ਕਟੋਚੀਆ ਬੜਾ ਕੂੜ ਕਪਟ ਵਾਲਾ, ਨੀਚੀਆਂ ਚਾਲਾਂ ਚੱਲਣ ਵਾਲਾ ਹੈ। ਇਸੇ ਤਰ੍ਹਾਂ ਹੋਰ ਵੀ ਕਈ ਰਾਜੇ ਐਸੇ ਹਨ ਗੁਰੂ ਜੀ, ਜਿਹੜੇ ਆਪ ਜੀ ਦੀ ਮਹਿਮਾ ਵੇਖ ਕੇ ਅੰਦਰੋਂ ਅੰਦਰੀ ਸੜਦੇ ਰਹਿੰਦੇ ਹਨ। ਭਏ ਮੇਲ ਤੇ ਵਧੇ ਬਖੇਰਾ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਅਸੀਂ ਜਾਵਾਂਗੇ, ਉਹ ਵੀ ਆਏ ਹੋਣਗੇ ਜਿਨ੍ਹਾਂ ਨਾਲ ਸਾਡਾ ਵਿਰੋਧ ਹੈ। ਜੇ ਕਿਤੇ ਉੱਥੇ ਕੋਈ ਛੇੜਾ ਛਿੜ ਗਿਆ, ਕੋਈ ਬਖੇੜਾ ਹੋ ਗਿਆ, ਕੋਈ ਲੜਾਈ ਦਾ ਮਾਹੌਲ ਬਣ ਗਿਆ, ਆਵਨ ਮੁਸ਼ਕਲ ਹੋਏ ਤਿਸ ਬੇਰਾ। ਕਿਉਂਕਿ ਉਹ ਪਹਾੜ ਦੀ ਇਹੋ ਜੀ ਥਾਂ ਹੈ ਸ੍ਰੀਨਗਰ, ਉੱਥੇ ਰਸਤਾ ਹੀ ਕੋਈ ਨਹੀਂ ਲੱਭਦਾ। ਇੱਕ ਪਾਸੇ ਤਾਂ ਗੰਗਾ ਦੀ ਖੱਡ ਹੈ ਬੜੀ ਡੂੰਘੀ, ਥੱਲੇ ਦਰਿਆ ਵਗਦਾ, ਤੇ ਉੱਚੀਆਂ ਪਹਾੜੀਆਂ ਅਸਮਾਨ ਨੂੰ ਛੂੰਹਦੀਆਂ ਨੇ, ਤੇ ਮਹਾਰਾਜ ਮਸੀਂ ਇੱਕ ਘੋੜੇ ਦੇ ਲੰਘਣ ਜਿੰਨੀ ਥਾਂ ਹੁੰਦੀ ਹੈ। ਆ ਜਿਹੜੇ ਹੇਮਕੁੰਡ ਸਾਹਿਬ ਗਏ ਨੇ ਉਹਨਾਂ ਨੂੰ ਪਤਾ ਹੋਣਾ ਉਸ ਰਸਤੇ ਦਾ। ਸ੍ਰੀਨਗਰ ਤੋਂ ਲੈ ਕੇ ਹੇਮਕੁੰਡ ਸਾਹਿਬ ਤੱਕ ਜਾਈਏ, ਇੱਕ ਗੱਡੀ ਇੱਕ ਪਾਸਿਓਂ ਆ ਜਾਏ, ਦੂਜੀ ਰੋਕਣੀ ਪੈਂਦੀ ਤਾਂ ਜਾ ਕੇ ਉਹ ਰਸਤੇ 'ਚ। ਹੁਣ ਤਾਂ ਖੈਰ ਸੜਕਾਂ ਥੋੜ੍ਹੀਆਂ ਵੱਡੀਆਂ ਬਣ ਗਈਆਂ, ਪਰ ਫੇਰ ਵੀ ਕਈ ਵਾਰੀ ਉਹ ਸੜਕਾਂ ਟੁੱਟ ਜਾਂਦੀਆਂ, ਕਈ ਪਹਾੜ ਡਿੱਗ ਪੈਂਦੇ ਆ, ਉਹ ਰਸਤਾ ਕਦੀ ਚੰਗੇ ਤਰੀਕੇ ਨਾਲ ਨਹੀਂ ਬਣ ਸਕਿਆ। ਤੇ ਅੱਜ ਤੋਂ 350 ਸਾਲ ਪਹਿਲਾਂ ਦੀ ਇਹ ਕਥਾ ਚੱਲ ਰਹੀ ਹੈ। ਉਸ ਵੇਲੇ ਸਾਧ ਸੰਗਤ ਜੀ, ਅੱਜ ਤੋਂ 340 ਸਾਲ ਪਹਿਲਾਂ, ਤੇ ਸੜਕਾਂ ਕਿਹੜੀਆਂ ਸੀ? ਪਗਡੰਡੀਆਂ ਸੀਗੀਆਂ। ਉੱਥੋਂ ਘੋੜਾ ਲੈ ਕੇ ਅਸੀਂ ਉਸ ਇਲਾਕੇ ਦੇ ਭੇਤੀ ਵੀ ਕੋਈ ਨਹੀਂ ਗੁਰੂ ਜੀ। ਜੇ ਉੱਥੇ ਕੋਈ ਲੜਾਈ, ਕੋਈ ਝਗੜਾ, ਕੋਈ ਮਾਹੌਲ ਖਰਾਬ ਹੋ ਗਿਆ, ਅਸੀਂ ਉੱਥੋਂ ਕਿਵੇਂ ਵਾਪਸ ਆਵਾਂਗੇ? ਪੰਥ ਪਹਾੜਨ ਬਿਖਮ ਬਡੇਰੇ। ਕਿਉਂਕਿ ਪਹਾੜ ਦਾ ਰਸਤਾ ਬੜਾ ਔਖਾ ਹੈ। ਉੱਪਰ ਉੱਚੀਆਂ ਚੜਾਈਆਂ ਹਨ, ਥੱਲੇ ਬੜੀਆਂ ਖੱਡਾਂ ਹਨ। 7-7 ਮੀਲ, 10-10 ਮੀਲ, 20-20 ਮੀਲ ਦੀਆਂ ਖੱਡਾਂ ਹਨ। ਜੇ ਉੱਤੋਂ ਕੋਈ ਗੱਡੀ ਡਿੱਗ ਜੇ ਨਾ, ਤੇ ਥੱਲੇ ਡਿੱਗਦੀ ਥੱਲੇ ਲੱਭਦਾ ਹੀ ਕੁਛ ਨਹੀਂ। ਉਹ 'ਚੋਂ ਬੰਦੇ ਦਾ ਵੀ ਸਰੀਰ ਨਹੀਂ ਲੱਭਦਾ, ਗੱਡੀ ਦਾ ਕੁਛ ਨਹੀਂ ਲੱਭਦਾ। ਜੇ ਪਾਣੀ 'ਚ ਚਲੀ ਜੇ ਗੰਗਾ ਦੇ, ਉਹ ਉੱਦਾਂ ਹੀ ਰੋੜ ਕੇ ਲੈ ਜਾਂਦੀ ਹੈ। ਤਾਂ ਇਤਨਾ ਖਤਰਨਾਕ ਹੈ ਗੰਗਾ ਦਾ ਕਿਨਾਰਾ, ਸ੍ਰੀਨਗਰ ਤੱਕ ਜਾਣਾ। ਗੁਰੂ ਸਾਹਿਬ ਜੀ, ਉੱਥੋਂ ਕਿਵੇਂ ਆਵਾਂਗੇ? ਕੌਣ ਸਹਾਇਕ ਹੋਏ ਤਿਸ ਬੇਰੇ। ਮਹਾਰਾਜ, ਅਸੀਂ ਮੌਤ ਦੇ ਮੂੰਹ 'ਚ ਜਾ ਰਹੇ ਹਾਂ। ਜਾ ਤਾਂ ਵਿਆਹ 'ਚ ਰਹੇ ਹਾਂ, ਪਰ ਸਾਨੂੰ ਪਤਾ ਵੀ ਵਿਆਹ ਵਾਲਾ ਮਾਹੌਲ ਉੱਥੇ ਕਦੀ ਵੀ ਬਦਲ ਸਕਦਾ। ਦੁਸ਼ਮਣ ਜੋ ਬੈਠੇ ਨੇ, ਤੇ ਜੇ ਉੱਥੇ ਕਿਤੇ ਮਹਾਰਾਜ ਖੰਡਾ ਖੜਕ ਗਿਆ, ਕੋਈ ਲੜਾਈ ਝਗੜੇ ਦਾ ਮਾਹੌਲ ਬਣ ਗਿਆ, ਫਿਰ ਸਾਡੀ ਸਹਾਇਤਾ ਕੌਣ ਕਰੇਗਾ? ਸੁਨ ਕਲਗੀਧਰ ਹੁਕਮ ਬਖਾਨਾ। ਦੀਵਾਨ ਆਨੰਦ ਚੰਦ ਤੇ ਪੰਡਤ ਦਇਆ ਰਾਮ ਜੀ ਦੀ ਬੇਨਤੀ ਸੁਣ ਕੇ ਪੰਥ ਦੇ ਵਾਲੀ ਸਤਿਗੁਰੂ ਕਲਗੀਧਰ ਪਾਤਸ਼ਾਹ ਬੋਲੇ, ਸੰਚਿਆ ਕਹਾ ਏਵ ਤੁਮ ਠਾਨਾ। ਮਹਾਰਾਜ ਕਹਿੰਦੇ, ਪੰਡਤ ਜੀ, ਇਹ ਤੁਸੀਂ ਆਪਣੇ ਮਨ ਵਿੱਚ ਕੀ ਸੰਸਾ ਕਰ ਲਿਆ ਹੈ? ਦਿਗ ਨਿਸ਼ਚਾ ਔਰ ਰੱਖ ਹੋ ਐਸੇ। ਤੁਸੀਂ ਆਪਣੇ ਮਨ 'ਚ ਦ੍ਰਿੜ ਨਿਸ਼ਚਾ, ਭਰੋਸਾ, ਵਿਸ਼ਵਾਸ ਇਸ ਤਰ੍ਹਾਂ ਰੱਖੋ ਸਤਿਗੁਰ ਕਰਹਿ ਬਿਠਾਵਨ ਜੈਸੇ। ਕਿ ਜਿਵੇਂ ਤੁਹਾਨੂੰ ਭੇਜ ਰਹੇ ਆ ਉਵੇਂ ਹੀ ਬੁਲਾਵਾਂਗੇ ਸਹੀ ਸਲਾਮਤ। ਤਿਨਹੀ ਸਤਿਗੁਰ ਲਿਆਵਨ ਕਰੈ। ਜਿਵੇਂ ਸਤਿਗੁਰੂ ਭੇਜ ਰਹੇ ਨੇ ਉਵੇਂ ਸਤਿਗੁਰੂ ਲਿਆਉਣਗੇ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨ ਪਾਈ। ਗੁਰੂ ਤੁਹਾਡੇ ਅੰਗ ਸੰਗ ਰਹੇਗਾ। ਆਪਣੇ ਜਾਨ ਹੈ ਰੱਖਿਆ ਕਰੈ। ਆਪਣੇ ਜਾਣ ਕੇ, ਆਪਣੇ ਸੇਵਕ ਜਾਣ ਕੇ ਰੱਖਿਆ ਕਰਨਗੇ ਗੁਰੂ ਨਾਨਕ ਦੇਵ ਜੀ। ਜੋ ਸਿੱਖ ਮੇਰੋ ਗਹਿ ਅਲੰਦ। ਸਤਿਗੁਰੂ ਕਹਿੰਦੇ, ਜਿਹੜਾ ਸਿੱਖ ਮੇਰਾ ਆਸਰਾ ਲੈ ਲੈਂਦਾ, ਜਿਹੜਾ ਮੇਰੇ ਤੇ ਭਰੋਸਾ ਕਰ ਲੈਂਦਾ ਹੈ, ਕਰੈ ਮਿਟਾਵਨ ਬਿਗਨ ਕਦੰਦ। ਅਸੀਂ ਉਹਦੇ ਸਾਰੇ ਵਿਘਨ ਦੂਰ ਕਰ ਦਿੰਦੇ ਹਾਂ। ਵਿਘਨ ਨਾ ਕੋ ਲਾਗਤਾ, ਗੁਰ ਪੈ ਅਰਦਾਸ, ਰਖਵਾਲਾ ਗੋਬਿੰਦ ਰਾਏ, ਭਗਤਨ ਕੀ ਰਾਸ। ਜੇ ਰੱਖੇ ਨਿਤ ਮੋਰ ਭਰੋਸਾ। ਜਿਹੜੇ ਮੇਰੇ ਤੇ ਭਰੋਸਾ ਰੱਖਦੇ ਨੇ, ਤਿਨਕੇ ਨਿਕਟ ਨਾ ਪਹੁੰਚੈ ਦੋਸ਼ਾ। ਉਹਨਾਂ ਨੂੰ ਕੋਈ ਦੋਸ਼ ਨਹੀਂ ਲੱਗਦਾ। ਅੰਗ ਸੰਗ ਗੁਰ ਬਨਹਿ ਸਹਾਈ। ਗੁਰੂ ਉਹਦੀ ਅੰਗ ਸੰਗ ਹੋ ਕੇ ਸਹਾਇਤਾ ਕਰਦੇ ਨੇ। ਤਾਤੀ ਵਾਹ ਨਾ ਲਾਗਣ ਪਾਈ। ਤੱਤੀ ਵਾਰ ਹੀ ਲੱਗਦੀ ਉਸ ਸਿੱਖ ਨੂੰ ਜਿਹੜਾ ਗੁਰੂ ਸਹਾਈ ਹੁੰਦਾ ਹੈ। ਜੇ ਨਹਿ ਸਿਮਰਹਿ ਮੋਹ ਕੋ ਕਦੇ। ਜਿਹੜੇ ਗੁਰੂ ਨੂੰ ਯਾਦ ਹੀ ਨਹੀਂ ਕਰਦੇ, ਗੁਰੂ ਨੂੰ ਸਿਮਰਦੇ ਹੀ ਨਹੀਂ, ਗੁਰੂ ਦਾ ਭਰੋਸਾ ਹੀ ਨਹੀਂ ਰੱਖਦੇ, ਗੁਰੂ ਤੇ ਭਰੋਸਾ ਨਹੀਂ ਕਰਦੇ, ਨਿਜ ਬਲ ਪਰ ਵਿਸ਼ਵਾਸੀ ਰਦੇ। ਆਪਣੇ ਬਲ ਤੇ ਮਾਣ ਕਰਦੇ, ਅਸੀਂ ਆਪੇ ਕਰ ਲਾਂਗੇ। ਕਹਿੰਦੇ ਗੁਰੂ ਦੀ ਕੀ ਲੋੜ ਹੈ,
ਇਹ ਤੇ ਕੰਮ ਅਸੀਂ ਆਪੇ ਕਰ ਲਵਾਂਗੇ। ਨਹਿ ਨਿਤ ਕੋ ਮੈਂ ਬਨਹੁ ਸਹਾਈ। ਉਹਨਾਂ ਦਾ ਮੈਂ ਕਦੀ ਸਹਾਈ ਨਹੀਂ ਬਣਦਾ। ਮੈਂ ਤਿੰਨ ਕੋ ਮੈਂ ਬਣੋ ਸਹਾਈ। ਮੈਂ ਉਹਨਾਂ ਦੀ ਸਹਾਇਤਾ ਕੀ ਕਰਨੀ, ਉਹ ਆਪਣੀ ਜ਼ਿੰਮੇਵਾਰੀ ਤੇ ਕਰਦੇ ਕਰੀ ਜਾਣ। ਜਿਹੜਾ ਗੁਰੂ ਦੀ ਜ਼ਿੰਮੇਵਾਰੀ ਤੇ ਕੰਮ ਕਰੇ, ਗੁਰੂ ਦੇ ਭਰੋਸੇ ਤੇ, ਫਿਰ ਗੁਰੂ ਉਹਦੀ ਪਿੱਠ ਨਹੀਂ ਲੱਗਣ ਦਿੰਦਾ। ਗੁਰ ਸੰਗੀ ਹੋਏ ਜੇ ਸ਼ਰਨਾਈ। ਜਿਹੜੇ ਗੁਰੂ ਦੀ ਸ਼ਰਨ ਪੈਂਦੇ ਆ, ਗੁਰੂ ਨੂੰ ਆਪਣਾ ਸੰਗੀ ਸਾਥੀ ਬਣਾਉਂਦੇ ਆ। ਜਾਤੇ ਸਦਾ ਰਾਖ ਵਿਸਵਾਸ ਹੈ। ਇਸ ਕਰਕੇ ਪੰਡਿਤ ਦਇਆ ਰਾਮ ਜੀ, ਦੀਵਾਨ ਆਨੰਦ ਚੰਦ ਜੀ, ਤੁਸੀਂ ਭਰੋਸਾ ਰੱਖਣਾ ਪ੍ਰਭ ਹੋਏ ਸਦਾ ਦਾਸ ਕੇ ਪਾਸ ਹੈ। ਕਿ ਸੇਵਕ ਦੇ ਸਦਾ ਹੀ ਸਹਾਈ ਹੁੰਦਾ ਹੈ ਗੁਰੂ। ਸੁਨ ਦੁਨ ਹੋ ਕੋ ਤੀਰਜ ਆਇਓ। ਇਹ ਸੁਣ ਕੇ ਦੋਵਾਂ ਨੂੰ ਬੜਾ ਹੌਸਲਾ ਮਿਲਿਆ, ਬੜਾ ਧੀਰਜ ਆਇਆ। ਕਰ ਨਿਸ਼ਚਾ ਤਬ ਸੀਸ ਨਿਵਾਇਓ। ਨਿਸ਼ਚੇ ਨਾਲ ਦੋਵਾਂ ਨੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਸਕਲ ਵਸਤ ਕੀ ਤਿਆਰੀ ਠਾਨ। ਔਰ ਸਭ ਚੀਜ਼ਾਂ ਤਿਆਰ ਕੀਤੀਆਂ। ਗੁਰ ਆਗਿਆ ਤੇ ਚਹਿਸ ਪਿਆਨ। ਗੁਰੂ ਸਾਹਿਬ ਦੀ ਆਗਿਆ ਲੈ ਕੇ ਪੌਂਟਾ ਸਾਹਿਬ ਤੋਂ ਇਹ ਚੱਲਣ ਲੱਗੇ ਆ ਸਾਧ ਸੰਗਤ ਜੀ। ਤੇ ਇਹ ਪੌਂਟਾ ਸਾਹਿਬ ਤੋਂ ਚੱਲ ਕੇ ਇਹ ਬੜਾ ਲੰਮਾ ਪਹਾੜ ਦਾ ਪੈਂਡਾ ਤੈਅ ਕਰਕੇ ਹੇਮਕੁੰਟ ਸਾਹਿਬ ਤੋਂ ਅੱਧ ਵਿੱਚ ਸਮਝੋ ਉਹ ਸ੍ਰੀਨਗਰ ਪੈਂਦਾ। ਮੇਰਾ ਖਿਆਲ ਹੈ ਵੀ ਪੌਂਟਾ ਸਾਹਿਬ ਤੋਂ 200-250 ਕਿਲੋਮੀਟਰ ਤਾਂ ਘੱਟੋ ਘੱਟ ਇਹ ਸਫ਼ਰ ਪੈ ਜਾਂਦਾ ਹੈ ਪਹਾੜਾਂ ਦੇ ਵਿੱਚ। ਉੱਥੇ ਤੱਕ ਪਹੁੰਚਦੇ ਆ। ਪਹਾੜੀ ਇਲਾਕੇ ਦਾ ਸਫ਼ਰ ਸੀ। ਦੀਵਾਨ ਆਨੰਦ ਚੰਦ ਪੰਡਿਤ ਦਇਆ ਰਾਮ ਜੀ 1.25 ਲੱਖ ਦਾ ਤੰਬੋਲ ਲੈ ਕੇ 500 ਯੋਧਿਆਂ ਦੀ ਫੌਜ ਲੈ ਕੇ ਸ੍ਰੀਨਗਰ ਗੜਵਾਲ ਟੀਰੀ ਉੱਥੇ ਪਹੁੰਚਣਗੇ। ਉੱਥੇ ਕੀ ਕੁਝ ਵਾਪਰਿਆ ਉਹ ਕਥਾ ਆਪ ਜੀ ਅੱਗੇ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰੇ। ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਤਾਰੇ। ਅੰਧਕੂਪ ਮਹਾ ਪਿਆਨ ਨਾਨਕ ਨਾਨਕ ਪਾਰੇ ਉਤਾਰੇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲੇ। ਏਕ ਅੱਖਰ ਹਰ ਮਨ ਬਸਤ।